अहनस सहज सुबाए, दर्शन परसै गुरु कै। जन्म मरण दुख जाय, दर्शन परसै गुरु कै। जन्म मरण दुख जाय। सतनाम श्री वाहेगुरु साहिब जी। पोख तुखार न व्यापए, कंठ मिलया हर न हो। मन विधया चरणार बिंद, दर्शन लगड़ा शाहो। पोख तुखार न व्यापए, कंठ मिलया हर न हो। मन विधया चरणार बिंद, दर्शन लगड़ा शाहो। ओट गोविंद गोपाल राय, सेवा स्वामी लाहो। बिख्या पोहे ना सकाए, मिल साधु गुण गाहो। जह ते उपजे तह मिले, सच्चे प्रेत समाहो। कर गह लेने पार ब्रह्म, बहुड़ ना विछुड़िया हो। बार जाओ लख बेरियां, हर सज्जन अगम अगाहो। शर्म पाए नारायण, नानक दर पैया हो। पोख सुहंदा सर्व सुख, जिस बख्शे वे परवाहो। शर्म पाए नारायण, नानक दर पैया हो। पोख सुहंदा सर्व सुख, जिस बख्शे वे परवाहो। वाहेगुरु जी का खालसा, वाहेगुरु जी के फतेह। सच्चे पातशाह जागदी जोत, 10 पातशाहियां दे आत्मक स्वरूप, दीना बंधु, किरपा दे सागर, पतित पावन सतगुरु धन साहिब श्री गुरु ग्रंथ साहिब जी महाराज, हजूर दी परम कृपालता सदका आप जी पंथ दे महान पवित्र स्थान तख्त सचखंड श्री हजूर श्री अबचल नगर साहिब विखे दर्शन दीदार करते हुए सतसंगत दियां घड़ियां दा सुख मान रहे हो। चौजी पातशाह जी दी
ਸਤ ਸੰਗਤ ਜੀ ਬਖਸ਼ੀ ਹੋਈ ਖਾਲਸੇ ਨੂੰ ਇਹ ਪਵਿੱਤਰ ਧਰਤੀ, ਜਿੱਥੇ ਹਜੂਰ ਨੇ ਸਤਿਯੁਗ ਦੇ ਅੰਦਰ ਤਪ ਕੀਤਾ, ਮਹਾਰਾਜ ਜੀ ਨੇ ਸਭ ਕੁਝ ਹੀ ਆਪਣੇ ਖਾਲਸੇ ਨੂੰ ਸੌਂਪਿਆ। ਇਹ ਧਰਤੀ ਵੀ ਸਤਿਗੁਰਾਂ ਜੀ ਨੇ ਜਦੋਂ ਮਹਾਰਾਜ ਇੱਥੇ ਆਏ, ਸੱਚੇ ਪਾਤਸ਼ਾਹ ਸਾਰੀ ਖਰੀਦ ਕਰਕੇ ਮਹਾਰਾਜ ਸਾਹਿਬ ਜੀ ਨੇ, ਸਤਿਗੁਰਾਂ ਜੀ ਨੇ ਖਾਲਸੇ ਦੀ ਵਿਰਾਸਤ ਬਣਾਉਣਾ ਕੀਤੀ। ਉਸ ਮਹਾਨ ਪਵਿੱਤਰ ਸਥਾਨ ਤੇ ਆਪ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਅਸਥਾਨ ਤੇ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਭੁਖ ਤੁਖਾਰ ਨਾ ਵਿਆਪਾਏ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਜੀ ਮਹਾਰਾਜ ਹਜੂਰ ਪੋਹ ਦਾ ਮਹੀਨਾ ਸੱਚੇ ਪਾਤਸ਼ਾਹ 12ਵਾਂ ਮਾਝ ਵਿੱਚ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਜੀ ਉਚਾਰਨ ਕਰ ਰਹੇ ਹੈ। ਇਹ ਪੋਹ ਦਾ ਮਹੀਨਾ ਸਾਧ ਸੰਗਤ ਜੀ ਬ੍ਰਾਹਮਣ ਇਹਨੂੰ ਵੀ ਲਗਨ ਸ਼ਗਨ ਵਿੱਚ ਕਹਿੰਦੇ ਆ, ਠੀਕ ਨਹੀਂ ਹੈ, ਪਰ ਇਸ ਪੋਹ ਦੇ ਮਹੀਨੇ ਨੂੰ ਪੰਥ ਵਾਲੀ ਸਤਿਗੁਰਾਂ ਜੀ ਨੇ ਪਵਿੱਤਰ ਕੀਤਾ। ਇਸ ਪੋਹ ਦੇ ਮਹੀਨੇ ਵਿੱਚ ਸਤਿਗੁਰਾਂ ਨੇ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਿਆ। ਜੋ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਥਿਤ ਹੈ ਪੋਹ ਦਾ ਮਹੀਨਾ, ਤੇ ਸਾਧ ਸੰਗਤ ਜੀ ਸੁਦੀ ਸੀਗੀ, ਸੁਦੀ ਦੀ 7ਵੀਂ ਥਿਤ ਪੋਹ ਸੁਦੀ 7ਵੀਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਨੂੰ ਮਹਾਰਾਜ ਭਾਗ ਲਾਏ। ਇਹ ਪੋਹ ਦਾ ਮਹੀਨਾ ਸਾਧ ਸੰਗਤ ਜੀ ਠੰਡ ਦਾ ਮਹੀਨਾ ਹੁੰਦਾ ਹੈ। ਬਹੁਤ ਜ਼ਿਆਦੀ ਸਖਤ ਠੰਡ ਪੈਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਠੰਡ ਤੋਂ ਬਚਾ ਕਿਵੇਂ ਹੋਵੇ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਠੰਡੇ ਮੁਲਕ ਹੁੰਦੇ ਆ ਉੱਥੇ ਬੜੇ ਬੜੇ ਪ੍ਰਬੰਧ ਹੈ ਸਾਧ ਸੰਗਤ ਜੀ ਠੰਡ ਤੋਂ ਬਚਣ ਵਾਸਤੇ। ਤੇ ਅਮੀਰ ਲੋਕ ਕਈ ਪ੍ਰਕਾਰ ਦੀਆਂ ਚੀਜ਼ਾਂ ਵੀ ਖਾਂਦੇ ਆ ਕਿ ਠੰਡ ਤੋਂ ਬਚੀਏ। ਫਿਰ ਗਰਮ ਕੱਪੜਿਆਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਆ ਕਿ ਠੰਡ ਨਾ ਸਰੀਰ ਨੂੰ ਲੱਗ ਜਾਵੇ। ਬਹੁਤ ਜ਼ਿਆਦਾ ਸਰੀਰ ਦੀ ਰੱਖਿਆ ਲਈ ਜੀਵ ਯਤਨ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਜੇ ਇੰਨੇ ਯਤਨ ਕਰਦਿਆਂ ਫਿਰ ਵੀ ਤੈਨੂੰ ਠੰਡ ਦੀ ਪਾਲੇ ਦੀ ਚਿੰਤਾ ਬਣੀ ਰਹਿੰਦੀ ਹੈ, ਸਰੀਰ ਨੂੰ ਕੋਈ ਨਾ ਕੋਈ ਔਰ ਲੱਗ ਜਾਂਦੀ ਹੈ, ਕੋਈ ਨਾ ਕੋਈ ਇਹੋ ਜਿਹਾ ਬੁੱਲਾ ਸਰੀਰ ਨੂੰ ਵੱਜ ਜਾਂਦਾ ਹੈ ਕਿ ਰੋਗ ਚਿੰਬੜ ਜਾਂਦੇ ਹੈ। ਉਹ ਸਰਦੀ ਦੇ ਰੋਗ ਜਿਹੜੇ ਸਾਧ ਸੰਗਤ ਜੀ ਉਹ ਫਿਰ ਬੜੇ ਯਤਨਾਂ ਨਾਲ ਦਵਾਈਆਂ ਲੈ ਲੈ ਹਟਾਉਂਦੇ ਆ। ਮਹਾਰਾਜ ਕਹਿੰਦੇ ਜਿੱਥੇ ਇੰਨੇ ਯਤਨ ਕਰਦਾ ਹੈ, ਜੇ ਉੱਥੇ ਕੋਈ ਯਤਨ ਕਰੇ ਤੇ ਤੈਨੂੰ ਪੋਹ ਦਾ ਪਾਲਾ ਨਹੀਂ ਵਿਆਪੇਗਾ। ਉਹ ਮਹਾਰਾਜ ਕਿਹੜਾ ਯਤਨ ਹੈ ਹਜੂਰ ਦੱਸਦੇ ਹਨ। ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਜੀ ਫਰਮਾਉਂਦੇ ਆ, ਤੁਖਾਰ ਨਾ ਵਿਆਪਾਏ। ਸਾਧ ਸੰਗਤ ਜੀ ਪੋਖ ਮਹਾਰਾਜ ਜੀ ਨੇ
ਪੋਹ ਦਾ ਮਹੀਨਾ ਜੋ ਆਪਾਂ ਕਹਿੰਦੇ ਹਜੂਰ ਬਾਣੀ ਵਿੱਚ ਇਸ ਨੂੰ ਪੋਖ ਲਿਖਿਆ ਹੈ। ਮਹਾਰਾਜ ਕਹਿੰਦੇ ਪੋਖ ਤੁਖਾਰ ਨਾ ਵਿਆਪਈ। ਤੁਖਾਰ ਸਾਧ ਸੰਗਤ ਜੀ ਬਰਫ਼ ਨੂੰ ਕਹਿੰਦੇ ਆ, ਠੰਡ ਨੂੰ ਕਹਿੰਦੇ ਆ, ਪਾਲੇ ਨੂੰ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਤੁਖਾਰ ਠੰਡ ਨਹੀਂ ਲੱਗਦੀ, ਪਾਲਾ ਨਹੀਂ ਲੱਗਦਾ ਹੈ। ਕੰਠ ਮਿਲਿਆ ਹਰ ਨਾਹੋ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕੰਠ ਵਿੱਚ ਹੀ ਨਾ ਹੋ ਪਤੀ ਪਰਮੇਸ਼ਰ ਆਪ ਹੀ ਆ ਕਰਕੇ ਮਿਲ ਗਿਆ ਨਾ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਪਤੀ ਦਾ ਆਪਣੇ ਕੰਠ ਵਿੱਚ ਧਾਰਨ ਕਰ ਲਿਆ, ਮਹਾਰਾਜ ਕਹਿੰਦੇ ਉਹਨਾਂ ਨੂੰ ਪੋਹ ਦਾ ਪਾਲਾ ਨਹੀਂ ਲੱਗਦਾ। ਸਾਧ ਸੰਗਤ ਜੀ ਵੇਖੋ, ਇੱਕੋ ਨਾਮ ਉਹਦੀ ਇਹੋ ਜੀ ਕਰਾਮਾਤ ਹੈ। ਨਹੀਂ ਤਾਂ ਕਿਸੇ ਰੋਗ ਵਾਸਤੇ ਕੁਝ ਵਰਤਣਾ ਪੈਂਦਾ ਹੈ, ਕਿਸੇ ਰੁੱਤ ਵਿੱਚ ਕੁਝ ਵਰਤਣਾ ਪੈਂਦਾ ਹੈ। ਪਰ ਮਹਾਰਾਜ ਜੀ ਨੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਹਾੜ ਦੀ ਗਰਮੀ ਦਾ ਸੱਚੇ ਪਾਤਸ਼ਾਹ ਜਦੋਂ ਜ਼ਿਕਰ ਕੀਤਾ ਤੇ ਉਹਦੀ ਤਪਸ਼ ਇੰਨੀ ਜ਼ਿਆਦਾ ਹੈ ਤੇ ਉਹਦੇ ਤੋਂ ਬਚਣ ਲਈ ਵੀ ਮਹਾਰਾਜ ਕੀ ਆਖਿਆ ਸੀ, ਆਸਾੜ ਤਪੰਦਾ ਤਿਸ ਲੱਗਾ। ਕਿਹਨੂੰ ਲੱਗਦਾ ਹੈ? ਹਰ ਨਾਹੋ ਨਾ ਜਿੰਨਾ ਪਾਸ। ਜਿਹਦੇ ਪਾਸ ਭਾਈ ਪਤੀ ਪਰਮਾਤਮਾ ਨਹੀਂ ਹੈ, ਜਿਹਨੂੰ ਵਾਹਿਗੁਰੂ ਸਾਖਿਆਤ ਨਹੀਂ ਹੋਇਆ, ਜਿਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈਗਾ, ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਹਾੜ ਦਾ ਮਹੀਨਾ ਤਪਦਾ ਲੱਗਦਾ ਹੈ। ਜੇ ਤਪਸ਼ ਮੇਟਣੀ ਹੈ ਤਾਂ ਵੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਅੰਦਰ ਜਿਹੜਾ ਹੈ ਉਹ ਧਾਰਨ ਕਰੋ, ਪਰਮੇਸ਼ਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰੋ। ਜੇ ਮਹਾਰਾਜ ਪਾਲੇ ਤੋਂ ਬਚਣਾ, ਠੰਡ ਤੋਂ ਬਚਣਾ, ਤਾਂ ਮਹਾਰਾਜ ਕਹਿੰਦੇ ਤਾਂ ਵੀ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਜਿਨ੍ਹਾਂ ਦੇ ਕੰਠ ਵਿੱਚ ਸਾਧ ਸੰਗਤ ਜੀ ਨਾਹੋ ਪਤੀ ਨੂੰ ਕਹਿੰਦੇ ਆ, ਨਾਹੋ ਨਾਮ ਨੂੰ ਵੀ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਪਤੀ ਪਰਮੇਸ਼ਰ ਕੰਠ 'ਚ ਹੀ ਮਿਲ ਗਿਆ ਹੈ, ਭਾਵ ਕਿ ਜਿਨ੍ਹਾਂ ਨੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਮਹਾਰਾਜ ਲਾ ਲਿਆ ਹੈ, ਉਹਨਾਂ ਨੂੰ ਫਿਰ ਸਾਧ ਸੰਗਤ ਜੀ ਪਾਲਾ ਕੀ ਵਿਆਪਣਾ ਹੈ। ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਤਪ ਸਥਾਨ ਹੈ ਨਾ ਸ਼੍ਰੀ ਹੇਮਕੁੰਟ ਸਾਹਿਬ। ਸਾਧ ਸੰਗਤ ਜੀ ਹੇਮ ਦਾ ਵੀ ਅਰਥ ਬਰਫ਼ ਹੈ, ਤੇ ਬਰਫ਼ ਦੇ ਵਿੱਚ ਜਿੱਥੇ ਕੁੰਡ ਬਣਿਆ ਹੋਵੇ ਜਲ ਦਾ, ਤੇ ਚਾਰ ਸ਼ਫੇਰੇ ਬਰਫੀਲੀਆਂ ਚੋਟੀਆਂ, ਜਿਹਦੀ ਬਾਬਤ ਮਹਾਰਾਜ ਕਿਹਾ ਕਿ ਸਪਤ ਸਿੰਘ ਤੇ ਨਾਮ ਕਹਾਵਾ, ਉਹਨੂੰ 7 ਚੋਟੀਆਂ ਵਾਲਾ ਪਰਬਤ ਕਿਹਾ ਜਾਂਦਾ ਹੈ। ਤੇ ਹਜੂਰ ਨੇ ਕਿਹਾ ਕਿ ਪੰਡ ਰਾਜ ਜਿਹ ਜੋਗ ਕਮਾਵਾ। ਪਾਂਡੂ ਰਾਜੇ ਜਿਹੜੇ ਸੀ ਨਾ, ਉੱਥੇ ਸਾਧ ਸੰਗਤ ਜੀ ਬਰਫ਼ 'ਚ ਗਲ ਕੇ ਸਾਰੇ ਚੜ੍ਹਾਈ ਕੀਤੇ ਸੀਗੇ। ਦ੍ਰੋਪਦੀ ਪੁਲ ਵੀ ਉੱਥੇ ਬਣਿਆ ਹੋਇਆ ਹੈ। ਤੋ ਜਿਹੜਾ ਧਰਮ ਰਾਜ ਪੁੱਤਰ ਸੀਗਾ ਯੁਧਿਸ਼ਟਰ, ਕੇਵਲ ਇਹੀ ਕਹਿੰਦੇ ਉਹ ਸਵਰਗਾਂ ਦਾ ਦਵਾਰ ਦੱਸਦੇ ਐ ਬਦਰੀਨਾਥ ਤੋਂ ਅੱਗੇ। ਇੱਧਰ ਇਸ ਰਾਹੇ ਸਵਰਗਾਂ ਨੂੰ ਗਿਆ ਸੀਗਾ ਤੇ ਉਹ ਨਹੀਂ ਗਲਿਆ, ਕਿਉਂਕਿ ਉਹਨੇ ਆਪਣੇ ਜੀਵਨ ਵਿੱਚ ਕਦੇ ਝੂਠ ਨਹੀਂ ਸੀ ਬੋਲਿਆ, ਕਦੇ ਵੀ ਆਪਣੇ ਮੁਖ ਤੋਂ ਝੂਠਾ ਬੋਲ ਨਹੀਂ ਸੀ। ਯੁਧਿਸ਼ਟਰ ਨੇ ਕਿਹਾ ਐਡਾ ਧਰਮ ਪ੍ਰਤੱਗੀ ਸੀਗਾ, ਇਸ ਕਰਕੇ ਉਹਨੂੰ ਬਰਫ਼ ਨਹੀਂ ਸੀ ਗਾਲਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੇ ਹਮ ਅਦਕ ਤਪੱਸਿਆ ਸਾਧੀ। ਉੱਥੇ ਜਾਈਏ ਨਾ ਤੇ ਥੱਲੇ ਜਦੋਂ ਹਰਿਦੁਆਰ ਤੋਂ ਚੜ੍ਹੀਦਾ ਗਰਮੀ ਹੁੰਦੀ ਹੈ, ਪਰ ਜਿਵੇਂ ਜਿਵੇਂ ਚੜ੍ਹਦੇ ਜਾਈਦਾ ਹੈ ਫਿਰ ਸਾਧ ਸੰਗਤ ਜੀ ਮਹਾਰਾਜ ਦੇ ਤਪ ਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਤਾਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਤੇ ਸਰੋਵਰ ਵਿੱਚ ਵੀ ਇਸ਼ਨਾਨ ਕਰਕੇ ਕੱਪੜੇ ਕਿਸੇ ਕੋਲੋਂ ਹੀ ਪੈਂਦੇ ਜਿਹੜਾ ਜਵਾਨ ਹੋਵੇ, ਹੱਥ ਪੈਰ ਜੁੜਨ ਲੱਗ ਪੈਂਦੇ ਆ। ਤੇ ਜਦੋਂ ਸਰਦੀਆਂ ਦੀ ਰੁੱਤ ਹੁੰਦੀ ਹੈ ਉਦੋਂ ਗਲੇਸ਼ੀਅਰ ਆ ਜਾਂਦੇ ਆ ਬਰਫ਼ ਦੇ ਬਹੁਤ ਜ਼ਿਆਦਾ, ਗੁਰਦੁਆਰਾ ਸਾਹਿਬ ਵੀ ਢੱਕਿਆ ਜਾਂਦਾ ਹੈ। ਇਹ ਤਾਂ ਫੌਜ ਜਾ ਕਰਕੇ ਫਿਰ ਗਲੇਸ਼ੀਅਰਾਂ ਨੂੰ ਕੱਟਦੀ ਹੈ, ਰਾਹ ਬਣਾਉਂਦੀ ਹੈ ਤੇ ਯਾਤਰੂ ਸਿੱਖ ਜਿਹੜੇ ਆ ਉਹ ਦਰਸ਼ਨ ਕਰਦੇ ਆ। ਜਿਹੜੀ ਬਰਫ਼ ਹੈ
ਉਹਦੀ ਇੰਨੀ ਜ਼ਿਆਦਾ ਠੰਡ ਕਿਉਂ ਨਹੀਂ ਲੱਗਦੀ? ਕਿਉਂਕਿ ਮਹਾਰਾਜ ਕਹਿੰਦੇ ਜਿਹਨੂੰ ਅੰਦਰ ਵਾਹਿਗੁਰੂ ਸਾਖਿਆਤ ਹੋ ਗਿਆ ਨਾ, ਉਹਨੂੰ ਸਾਧ ਸੰਗਤ ਜੀ ਬਾਹਰ ਦਾ ਪਾਲਾ ਨਹੀਂ ਵਿਆਪ ਸਕਦਾ, ਕਦਾਚਿਤ ਵੀ ਨਹੀਂ ਲੱਗਦਾ ਬਾਹਰ ਦਾ ਪਾਲਾ। ਜਦੋਂ ਨਾਮ ਕੰਠ ਵਿੱਚ ਧਾਰਨ ਕਰੀਏ, ਨਾਮ ਦੀ ਐਡੀ ਪ੍ਰਬਲ ਸ਼ਕਤੀ ਹੈ, ਨਾ ਤਾਂ ਬਾਹਰਲਾ ਸੇਕ ਲੱਗਣ ਦਿੰਦਾ ਹੈ, ਨਾ ਬਾਹਰੋਂ ਸਰੀਰ ਨੂੰ ਠੰਡ ਲੱਗਣ ਦਿੰਦਾ ਹੈ। ਫਿਰ ਕਈ ਸ਼ੰਕਾ ਕਰਦੇ ਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਦੀਆਂ ਦੇ ਅੰਦਰ ਕੰਬਲ ਕਿਉਂ ਪਹਿਰਾਉਨੇ ਆ, ਤੇ ਫਿਰ ਗਰਮੀਆਂ ਦੇ ਵਿੱਚ ਤੁਸੀਂ ਜਿਹੜੇ ਆ ਉਹ ਗਰਮ ਜਿਹੜੇ ਠੰਡੇ ਰੁਮਾਲੇ ਸਾਹਿਬ ਹੈ ਉਹ ਕਿਉਂ ਪਹਿਨਾਉਨੇ ਆ? ਸਾਧ ਸੰਗਤ ਜੀ, ਭਾਵੇਂ ਕਿ ਸਤਿਗੁਰੂ ਜੀ ਦੀ ਬਾਣੀ ਪੜ੍ਹ ਕੇ ਸਿੱਖ ਨੂੰ ਵੀ ਸੇਕ ਤੇ ਠੰਡ ਲੱਗਣੋਂ ਹਟ ਜਾਂਦੀ ਹੈ, ਪਰ ਸਤਿਗੁਰੂ ਜੀ ਜਾਗਦੀ ਜੋਤ ਹਨ। ਪ੍ਰਗਟ ਗੁਰਾਂ ਕੀ ਦੇਹ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ, ਪ੍ਰਤੱਖ ਆਪਣਾ ਸਰੂਪ ਆਖਿਆ ਹੈ। ਮਹਾਰਾਜ ਜੀ ਨੂੰ ਭਾਵੇਂ ਨਾ ਹੀ ਠੰਡ ਲੱਗਦੀ ਹੈ ਤੇ ਨਾ ਹੀ ਗਰਮੀ ਲੱਗਦੀ ਹੈ। ਸ਼ਬਦ ਨੂੰ ਕੀ ਠੰਡ ਲੱਗਣੀ ਹੈ ਤੇ ਕੀ ਗਰਮੀ ਲੱਗਣੀ ਹੈ? ਸ਼ਬਦ ਤਾਂ ਜਿਹੜਾ ਕੋਈ ਪ੍ਰਾਣੀ ਸਰੀਰ ਜਪਦਾ ਹੈ, ਸਰੀਰ ਦਾ ਧਰਮ ਹੈ ਠੰਡ ਵਿਆਪਦੀ ਹੈ, ਸਰੀਰ ਦਾ ਧਰਮ ਹੈ ਗਰਮੀ ਲੱਗਦੀ ਹੈ, ਅੱਗ ਦਾ ਸੇਕ ਲੱਗਦਾ ਹੈ। ਪਰ ਸ਼ਬਦ ਤਾਂ ਆਪਣੀ ਕਲਾ ਉਸ ਸਰੀਰ ਵਿੱਚ ਵਰਤਾ ਦਿੰਦਾ ਹੈ ਕਿ ਉਸ ਸਰੀਰ ਨੂੰ ਵੀ ਠੰਡ ਤੇ ਗਰਮੀ ਲੱਗਣੋਂ ਹਟ ਜਾਂਦੀ ਹੈ। ਤੇ ਖੁਦ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਠੰਡ ਵੀ ਨਹੀਂ ਲੱਗਦੀ ਤੇ ਗਰਮੀ ਵੀ ਨਹੀਂ ਲੱਗਦੀ। ਪਰ ਇਹ ਸਿੱਖ ਦੀ ਭਾਵਨਾ ਹੈ, ਮਹਾਰਾਜ ਜੀ ਦਾ ਆਪਾਂ ਸਤਿਕਾਰ ਕਰਨਾ ਹੈ। ਜਿਨ੍ਹਾਂ ਸਤਿਗੁਰਾਂ ਜੀ ਦਾ ਅਦਬ ਕਰਨਾ, ਸਾਧ ਸੰਗਤ ਜੀ, ਸਿੱਖ ਨੂੰ ਭਾਵਨਾ ਨਾਲ ਜਦੋਂ ਇਹ ਸੇਵਾ ਕਰਦਾ ਸਿੱਖ, ਤੇ ਮਹਾਰਾਜ ਉਸ ਨੂੰ ਪਿਆਰ ਦੀ ਦਾਤ ਬਖਸ਼ਿਸ਼ ਕਰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਭਾਉ ਪ੍ਰਾਪਤ ਹੁੰਦਾ ਹੈ। ਜਦੋਂ ਗਰਮੀ ਦੀ ਰੁੱਤ ਹੋਵੇ, ਰੁੱਤ ਅਨੁਸਾਰ ਸੁੰਦਰ ਰੁਮਾਲੇ ਸਾਹਿਬ ਠੰਡੇ ਮਹਾਰਾਜ ਜੀ ਨੂੰ ਭੇਟ ਕੀਤੇ ਜਾਣ। ਫਿਰ ਸਰਦੀਆਂ ਦੀ ਰੁੱਤ ਹੋਵੇ, ਗਰਮ ਰੁਮਾਲੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੇਵਾ ਵਿੱਚ ਸਾਧ ਸੰਗਤ ਜੀ ਭੇਟ ਕੀਤੇ ਜਾਣ। ਇਹ ਸਿੱਖ ਦੀ ਸ਼ਰਧਾ ਭਾਵਨਾ ਐਸੀ ਹੋਣੀ ਚਾਹੀਦੀ ਹੈ। ਤੋ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਜੂਰ ਫਰਮਾਉਂਦੇ ਹੈ ਕਿ ਪੋਖ ਤੁਖਾਰ ਨਾ ਵਿਆਪਾਈ। ਮਹਾਰਾਜ ਕਹਿੰਦੇ ਉਹਨਾਂ ਨੂੰ ਭਾਈ ਤੁਖਾਰ ਠੰਡ ਜਿਹੜੀ ਆ ਨਾ ਪੋਖ ਦੀ, ਪੋਹ ਦੇ ਮਹੀਨੇ ਦੀ, ਉਹ ਨਹੀਂ ਵਿਆਪਦੀ, ਨਹੀਂ ਲੱਗਦੀ। ਕਿਹਨਾਂ ਨੂੰ? ਮਹਾਰਾਜ ਕਹਿੰਦੇ ਕੰਠ ਮਿਲਿਆ, ਫਿਰ ਪੜ੍ਹਦੇ ਹੋ ਕੰਠ ਮਿਲਿਆ ਹਰ ਨਾਹੋ। ਹਰੀ ਜੋ ਨਾਹੋ ਪਤੀ ਹੈ, ਪਰਮੇਸ਼ਰ ਵੈ। ਹਰੀ ਦਾ ਜੋ ਨਾਮ ਹੈ, ਮਹਾਰਾਜ ਕਹਿੰਦੇ ਜਿਨ੍ਹਾਂ ਦੇ ਕੰਠ ਵਿੱਚ ਮਿਲ ਗਿਆ ਨਾ, ਉਹਨਾਂ ਨੂੰ ਭਾਈ ਇਹ ਪਾਲਾ ਨਹੀਂ ਵਿਆਪਦਾ, ਉਹਨਾਂ ਨੂੰ ਇਹ ਠੰਡ ਨਹੀਂ ਲੱਗਦੀ ਹੈ। ਇਸੇ ਪ੍ਰਕਾਰ ਹੀ ਪੋਖ ਤੁਖਾਰ ਨਾ ਵਿਆਪਾਏ। ਸਾਧ ਸੰਗਤ ਜੀ, ਇਹ ਮਨੁੱਖਾ ਸਰੀਰ ਹੀ ਪੋਹ ਦਾ ਮਹੀਨਾ ਹੈ, ਤੇ ਭੁੱਖ ਤੁਖਾਰ ਠੰਡ ਕਿਹੜੀ ਹੈ? ਮਨੁੱਖਾ ਸਰੀਰ ਰੂਪੀ ਪੋਹ ਦੇ ਮਹੀਨੇ ਨੂੰ ਬਿਰਧ ਅਵਸਥਾ ਰੂਪੀ ਸਾਧ ਸੰਗਤ ਜੀ ਠੰਡ ਵਿਆਪਦੀ ਹੈ। ਜਦੋਂ ਬਿਰਧ ਅਵਸਥਾ ਰੂਪੀ ਠੰਡ ਆ ਜਾਂਦੀ ਹੈ ਨਾ, ਪਾਲਾ ਪੈਣ ਲੱਗ ਪੈਂਦਾ ਹੈ। ਫਿਰ ਸਾਧ ਸੰਗਤ ਜੀ ਇਹ ਜਿਵੇਂ ਸਿਸਰ ਰੁੱਤ ਦੇ ਆਉਣ ਦੇ ਨਾਲ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਫਰੀਦਾ ਰੁੱਤ ਫਿਰੀ ਵਣ ਕੰਬਿਆ, ਪਤ ਝੜੇ ਝੜ ਪਾਹੇ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾ ਹੈ। ਫਰੀਦ ਜੀ ਕਹਿੰਦੇ ਜਦੋਂ ਰੁੱਤ ਫਿਰਦੀ ਹੈ ਨਾ, ਤੇ ਫਿਰ ਜਿਹੜਾ ਵਣ ਦਾ ਰੁੱਖ ਹੈ, ਭਾਵ ਬਿਰਖ ਹਨ, ਇਹ ਸਾਰੇ ਪਾਲੇ ਨਾਲ ਸਾਧ ਸੰਗਤ ਜੀ ਕੰਬ ਉੱਠਦੇ ਆ। ਰੁੱਤ ਫਿਰੀ ਵਣ ਕੰਬਿਆ, ਫਿਰ ਕੀ ਹੁੰਦਾ? ਪੱਤ ਝੜੇ ਝੜ ਪਾਹੇ। ਜਿਹੜੇ ਪੱਤਰੇ ਆ ਨਾ, ਉਹ ਸਿਸਰ ਰੁੱਤ ਕਰਕੇ ਸਾਧ ਸੰਗਤ ਜੀ ਝੜ ਜਾਂਦੇ ਆ, ਤੇ ਫਿਰ ਪੱਤੇ ਭਲਾ ਦੁਬਾਰਾ ਜੁੜ ਸਕਦੇ ਆ? ਨਹੀਂ ਜੁੜ ਸਕਦੇ ਨਾ। ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਤਰਵਰ ਵਿਛੁੰਨੇ ਨਹਿ ਪਾਤ ਜੁੜਤੇ, ਜਮ ਮਗ ਗਾਉਨ ਅਕੇਲੀ। ਇਹ ਜੀਵ, ਇਹ ਜਿਹੜਾ ਤੇਰਾ ਸਰੀਰ ਹੈ ਨਾ, ਜਦੋਂ ਇੱਕ ਵਾਰੀ ਛੁੱਟ ਗਿਆ, ਦੁਬਾਰਾ ਨਹੀਂ ਇਹ ਮਨੁੱਖਾ ਸਰੀਰ ਪ੍ਰਾਪਤ ਹੋਣਾ। ਜਿਵੇਂ ਰੁੱਖ ਨਾਲੋਂ ਟੁੱਟੇ ਹੋਏ ਪੱਤੇ ਜਿਹੜੇ ਦੁਬਾਰਾ ਨਹੀਂ ਜੁੜਦੇ ਹਨ। ਤਰਵਰ ਵਿਛੁੰਨੇ, ਤਰਵਰ ਬ੍ਰਿਕਸ਼ ਨੂੰ ਕਹਿੰਦੇ ਆ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ, ਨਹੀਂ ਪੱਤੇ ਦੁਬਾਰਾ ਜੁੜਦੇ। ਜਦੋਂ ਇੱਕ ਵਾਰੀ ਸਾਧ ਸੰਗਤ ਜੀ ਪੱਤ ਝੜ ਆਉਂਦੀ ਹੈ ਨਾ, ਝੜੇ ਹੋਏ ਪੱਤੇ ਫਿਰ ਨਹੀਂ ਰੁੱਖਾਂ ਨਾਲ ਲੱਗਦੇ।
ਮਹਾਰਾਜ ਕਹਿੰਦੇ ਜਮ ਮਗ ਗਾਉਣ ਅਕੇਲੀ, ਜਮ ਦੇ ਰਸਤੇ ਤੇ ਤੈਨੂੰ ਇਕੱਲੀ ਤੇਰੀ ਜਿੰਦ ਨੂੰ ਗਾਉਣ ਗਵਨ ਕਰਨਾ ਪੈਣਾ ਹੈ। ਉਸ ਗੱਲ ਨੂੰ ਚੇਤੇ ਕਰ। ਤੇਰਾ ਜਿਹੜਾ ਸਰੀਰ ਰੂਪੀ ਬ੍ਰਿਕਸ਼ ਹੈ ਨਾ, ਅਜੇ ਇਹਦੇ ਤੇ ਵੇਖ ਪਾਲੇ ਦੀ ਰੁੱਤ ਨਹੀਂ ਆਈ ਕਿ ਬਿਰਧ ਅਵਸਥਾ ਰੂਪੀ ਪਾਲੇ ਦੀ ਰੁੱਤ ਨਹੀਂ ਆਈ ਹੈ। ਪਰ ਇਹ ਮਤਾਂ ਸੋਚ ਕਿ ਆਉਣੀ ਨਹੀਂ ਹੈ। ਇਹ ਜਦੋਂ ਰੁੱਤ ਆਉਂਦੀ ਹੈ ਨਾ, ਫਿਰ ਸਾਧ ਸੰਗਤ ਜੀ ਇਹ ਸਰੀਰ ਰੂਪੀ ਵਣ ਦਾ ਰੁੱਖ ਜਿਹੜਾ ਨਾ ਕੰਬ ਪੈਂਦਾ ਹੈ। ਬਾਬਾ ਫਰੀਦ ਸਾਹਿਬ ਜੀ ਉਹ ਰੁੱਤੀ ਨਹੀਂ ਕੱਲੀ ਦਿਖਾਉਂਦੇ, ਸਾਨੂੰ ਸਰੀਰ ਦੀ ਬਾਬਤ ਦਿਖਾਉਂਦੇ ਹੈ ਕਿ ਚਾਰੇ ਕੁੰਡਾਂ ਢੂੰਡੀਆਂ, ਮੈਂ ਚਾਰੇ ਕੁੰਡਾਂ ਢੂੰਡ ਕੇ ਵੇਖ ਲਈਆਂ, ਪਰ ਰਹਿਣ ਕਿਥਾਉ ਨਾ ਹੈ। ਕੋਈ ਥਾਂ ਨਹੀਂ ਐਸਾ ਮੈਨੂੰ ਲੱਭਿਆ ਜਿਸ ਥਾਂ ਤੇ ਕਿ ਸਦਾ ਲਈ ਅਮਰ ਰਹਿ ਸਕਦਾ ਹੋਵੇ ਇਹ ਸਰੀਰ। ਜਦੋਂ ਸਾਧ ਸੰਗਤ ਜੀ ਬਿਰਧ ਅਵਸਥਾ ਦਾ ਤੁਖਾਰ ਪਾਲਾ ਪੈਂਦਾ ਹੈ ਨਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਸਰੀਰ ਰੂਪੀ ਬ੍ਰਿਕਸ਼ ਨੂੰ ਸਾਧ ਸੰਗਤ ਜੀ ਇੰਦਰੀਆਂ ਰੂਪੀ ਪੱਤੇ ਲੱਗੇ ਹੋਏ ਆ। ਸਰੀਰ ਰੂਪੀ ਬ੍ਰਿਕਸ਼ ਹੈ, ਇੰਦਰੀਆਂ ਰੂਪੀ ਪੱਤੇ ਹਨ। ਅੱਖਾਂ, ਕੰਨ, ਹੱਥ, ਪੈਰ ਇਹ ਪੱਤਰਿਆਂ ਦੀ ਤਰ੍ਹਾਂ ਇਸ ਸਰੀਰ ਰੂਪੀ ਬ੍ਰਿਕਸ਼ ਨੂੰ ਲੱਗੇ ਹੋਏ ਐ। ਸਤਿਗੁਰੂ ਜੀ ਕਹਿੰਦੇ ਐ ਚਰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨਾ ਨਿਕਸੇ ਬਾਤਾਂ। ਜਦੋਂ ਬਿਰਧ ਅਵਸਥਾ ਰੂਪੀ ਪਾਲੇ ਦਾ ਜ਼ੋਰ ਪਿਆ, ਉਦੋਂ ਪੈਰਾਂ ਤੋਂ ਚੱਲਣੋਂ ਰਹਿ ਜਾਏਗਾ, ਹੱਥ ਤੇਰੇ ਢਿਲਕ ਜਾਣਗੇ, ਹੱਥਾਂ ਨਾਲ ਕੁਝ ਨਹੀਂ ਕਰ ਸਕੇਗਾ, ਅੱਖਾਂ ਤੋਂ ਵੀ ਧੁੰਦਲਾ ਪੈ ਜਾਵੇਗਾ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ ਅਵਰ ਕਰੇਂਦੀ ਵੰਨ। ਅੱਖਾਂ ਵੇਖ ਵੇਖ ਕੇ ਪਤਲੀਆਂ ਪੈ ਜਾਣਗੀਆਂ, ਅੱਖਾਂ ਰੂਪੀ ਪੱਤਰੇ ਝੜ ਜਾਣਗੇ, ਤੇ ਫਿਰ ਝੜੇ ਹੋਏ ਪੱਤਰੇ ਜਿਹੜੇ ਐ ਉਹ ਦੁਬਾਰਾ ਨਹੀਂ ਜੁੜਦੇ। ਕੰਨ ਵੀ ਤੇਰੇ ਝੜ ਜਾਣਗੇ, ਜਿਹੜੀ ਐ ਲਾਗੇ ਕੋਈ ਗੱਲ ਕਹੇ ਤੇ ਉਹ ਵੀ ਜਿਹੜੀ ਐ ਸਾਧ ਸੰਗਤ ਜੀ ਸਪਤ ਪਤਾਲ ਕੀ ਬਾਣੀ, ਜਿਵੇਂ ਸਤਵੇਂ ਪਤਾਲ ਚੋਂ ਕਿਸੇ ਆਵਾਜ਼ ਮਾਰੀ ਹੋਵੇ ਇਸ ਤਰ੍ਹਾਂ ਉਹਨੂੰ ਸੁਣਦੀ ਹੈ। ਆਪਣੀ ਆਵਾਜ਼ ਵੀ ਇਉਂ ਕੱਢਦਾ ਹੈ, ਬੋਲਿਆ ਨਹੀਂ ਜਾਂਦਾ ਕਿ ਜਿਵੇਂ ਸਤਵੇਂ ਪਤਾਲ ਚੋਂ ਬੋਲ ਰਿਹਾ ਹੈ। ਲੋਚਨ ਸ਼ਰਮ ਹੈ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਾਧਾਣੀ, ਇਹੋ ਜੀ ਹਾਲਤ ਬਣ ਜਾਂਦੀ ਹੈ। ਤੇ ਇਹ ਸਾਖ ਜਿਹੜੀ ਹੈ ਨਾ ਸਰੀਰ ਰੂਪੀ ਖੇਤੀ, ਇਹ ਪੱਕਦੀ ਹੋਈ ਹੋਰ ਹੀ ਵੰਨ, ਹੋਰ ਹੀ ਰੰਗ ਕਰਦੀ ਆ ਰਹੀ ਹੈ। ਵੇਖ ਸਰੀਰ ਦੇ ਉੱਤੇ ਹਾਲਤ ਕਿਸ ਤਰ੍ਹਾਂ ਦੀ ਬਣ ਰਹੀ ਹੈ। ਪਾਲੇ ਦੀ ਰੁੱਤ ਆ ਰਹੀ ਹੈ। ਜਦੋਂ ਪਾਲੇ ਦੀ ਰੁੱਤ ਆਉਂਦੀ ਹੈ ਤੇ ਸਾਧ ਸੰਗਤ ਜੀ ਗੁਰੂ ਘਰ ਦੇ ਅੰਦਰ ਵੀ ਸਤਿਗੁਰੂ ਜੀ ਦਾ ਇਤਿਹਾਸ ਜਦੋਂ ਪੜ੍ਹੀਏ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਿਆ ਕਰਦੇ, ਜਿਹੜੇ ਕਾਰਦਰ ਸਿੰਘ ਮਹਾਰਾਜ, ਸਰਦੀ ਦੀ ਰੁੱਤ ਆਉਣ ਵਾਲੀ ਹੈ, ਮਹਾਰਾਜ ਸਿੰਘਾਂ ਵਾਸਤੇ ਨਵੇਂ ਵਸਤਰ ਰਜਾਈਆਂ ਇਹੋ ਜੇ ਮਹਾਰਾਜ ਆਪ ਕਿਰਪਾ ਕਰੋ, ਬਣਵਾਉਣਾ ਕਰੋ। ਮਹਾਰਾਜ ਸੰਗਤਾਂ ਦਾ ਵੀ ਪ੍ਰਬੰਧ ਜਿਹੜਾ ਉਹ ਵੀ ਕਰਨ ਵਾਸਤੇ ਜਿਹੜੇ ਆ ਉਹ ਮਹਾਰਾਜ ਗਰਮ ਬਿਸਤਰੇ ਬਣਵਾਈਏ। ਫਿਰ ਮਹਾਰਾਜ ਤਿਆਰੀ ਕਰਵਾ ਦਿੰਦੇ। ਰੁੱਤ ਦੇ ਆਉਣ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਜਦੋਂ ਰੁੱਤੀ ਜਿਹੜੀ ਆ ਜੇ ਪਾਲੇ ਦੀ, ਫਿਰ ਕੀ ਤਿਆਰੀ ਕਰਨੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਭਾਈ ਜਿਹੜੀ ਇਹ ਸਰਦੀ ਦੀ ਰੁੱਤ ਹੈ ਨਾ, ਬਿਰਧ ਅਵਸਥਾ ਹੈ, ਪਾਲੇ ਦੀ ਰੁੱਤ। ਜਦੋਂ ਬਿਰਧ ਅਵਸਥਾ ਹੀ ਆ ਗਈ ਤੇ ਇਹ ਇੰਦਰੀਆਂ ਰੂਪੀ ਪੱਤਰੇ ਫਿਰ ਝੜਨ ਲੱਗ ਪਏ, ਸਰੀਰ ਰੂਪੀ ਵਣ ਰੁੱਖ ਕੰਬਣ ਲੱਗ ਪਿਆ। ਫਿਰ ਤੂੰ ਕੀ ਪ੍ਰਬੰਧ ਕਰ ਲੇਗਾ ਇਸ ਪਾਲੇ ਤੋਂ ਬਚਣ ਲਈ। ਇਸ ਬਿਰਧ ਅਵਸਥਾ ਰੂਪੀ ਪਾਲੇ ਤੋਂ ਬਚਣ ਲਈ ਤੈਨੂੰ ਚਾਹੀਦਾ ਕਿ ਵਾਹਿਗੁਰੂ ਦਾ ਨਾਮ ਜਪ ਲੈ, ਪਰਮੇਸ਼ਰ ਦੀ ਬੰਦਗੀ ਕਰ ਲੈ। ਜੇ ਪਰਮੇਸ਼ਰ ਦੀ ਬੰਦਗੀ ਕਰੇਗਾ ਤੇ ਮਹਾਰਾਜ ਕਹਿੰਦੇ ਕਿ ਭਾਈ ਇਹ ਜਿਹੜਾ ਬਿਰਧ ਅਵਸਥਾ ਰੂਪੀ ਪਾਲਾ ਹੈ, ਕੰਠ ਮਿਲਿਆ ਹਰ ਨਾ ਹੋ, ਜਿਨ੍ਹਾਂ ਦੇ ਕੰਠ ਵਿੱਚ ਪਤੀ ਵਾਹਿਗੁਰੂ ਮਿਲ ਗਿਆ ਨਾ, ਉਹਨਾਂ ਨੂੰ ਸਾਧ ਸੰਗਤ ਜੀ ਇਹ ਬਿਰਧ ਅਵਸਥਾ ਰੂਪੀ ਪਾਲਾ ਵੀ ਫਿਰ ਨਹੀਂ ਵਿਆਪਦਾ। ਉਹਨਾਂ ਲਈ ਮਹਾਰਾਜ ਕਿਹਾ ਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਉਹ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ਸਭ ਤੋਂ ਵੱਡੀ ਮਿਸਾਲ ਲਈਏ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਆਉਂਦੀ ਹੈ। ਸਾਧ ਸੰਗਤ ਜੀ 125 ਜਿਹੜੀ ਸੀ ਉਮਰ, 125 ਸਾਲ ਦੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਭੋਗੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਹੋਇਆ, ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ
ਕਥੂ ਨੰਗਲ ਦੇ ਜੰਗਲ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਜੇ ਬੈਠੇ ਹੈ ਤੇ ਇਹਨਾਂ ਦਾ ਨਾਮ ਭਾਈ ਬੂੜਾ ਸੀਗਾ ਤੇ ਬੱਕਰੀਆਂ ਚਾਰ ਰਹੇ ਹੈ। ਮਹਾਰਾਜ ਨੇ ਕਿਹਾ ਭਾਈ ਬਾਲਾ ਜਾ ਉਸ ਬਾਲਕ ਨੂੰ ਬੁਲਾ ਕੇ ਲਿਆ। ਭਾਈ ਬਾਲਾ ਜੀ ਬੁਲਾ ਕਰਕੇ ਲਿਆਏ। ਸੱਚੇ ਪਾਤਸ਼ਾਹ ਕਹਿੰਦੇ ਐ ਕਿ ਬੱਕਰੀਆਂ ਆਪਣੀਆਂ ਚਾਰਦਾ ਕਿ ਬਗਾਨੀਆਂ ਨੇ, ਤੇ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਬਣਨਾ ਹੈ, ਮਹਾਨ ਸਤਿਗੁਰਾਂ ਦੇ ਸਿੱਖੀ ਦੇ ਥੰਮ ਬਣਨਾ ਹੈ, ਉਹ ਕਹਿੰਦੇ ਐ ਕਿ ਮਹਾਰਾਜ ਇਹ ਮਾਤ ਪਿਤਾ ਕੀ ਆਗਿਆ ਪਾਈ ਅਜਾ ਚਰਾਵਤ ਆਪਨ ਪਰਾਈ। ਮਹਾਰਾਜ ਕੁਝ ਆਪਣੀਆਂ ਨੇ ਕੁਝ ਪਰਾਈਆਂ ਨੇ, ਮਾਤਾ ਪਿਤਾ ਦੀ ਆਗਿਆ ਪਾ ਕੇ ਮੈਂ ਇਸ ਚਰਗਾਹ ਦੇ ਅੰਦਰ ਬੱਕਰੀਆਂ ਚਾਰ ਰਿਹਾ। ਹਜੂਰ ਕਹਿੰਦੇ ਚੰਗਾ ਜਾ। ਜਦੋਂ ਇਉਂ ਕਿਹਾ ਤੇ ਭਾਈ ਬੂੜਾ ਬਚਪਨ ਦੀ ਅਵਸਥਾ ਹੈ, ਮਨ ਵਿੱਚ ਸੋਚਦੇ ਬੁਲਾਇਆ ਪਰ ਕਿਹਾ ਤਾਂ ਕੁਛ ਵੀ ਨਹੀਂ। ਫਿਰ ਬੱਕਰੀਆਂ ਚਾਰਨ ਲੱਗ ਪਏ। ਭਾਈ ਬਾਲਾ ਜੀ ਨੇ ਵੀ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਮੈਨੂੰ ਭੇਜ ਕੇ ਬੁਲਾਇਆ ਕਾਹਨੂੰ ਸੀ, ਜੇ ਆਪ ਨੇ ਕੁਝ ਕਹਿਣਾ ਨਹੀਂ ਸੀ ਤਾਂ ਆਖਿਆ ਤਾਂ ਕੁਝ ਵੀ ਨਹੀਂ। ਹਜੂਰ ਕਹਿੰਦੇ ਭਾਈ ਬਾਲਾ ਇਹਨੂੰ ਕਹਿਣ ਦੀ ਲੋੜ ਨਹੀਂ, ਇਹਦੇ ਲਈ ਸਾਡੇ ਦਰਸ਼ਨ ਕਾਫੀ ਸਨ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਚਨ ਕਿ ਇਹਦੇ ਅੰਦਰ ਇਹੋ ਜੀ ਪਿਆਰ ਦੀ ਸ਼ਬਦ ਦੀ ਜੋਤ ਜਗੇਗੀ, ਇਹ ਸਾਡੇ ਤੋਂ ਬਿਨਾਂ ਹੁਣ ਰਹਿ ਨਹੀਂ ਸਕੇਗਾ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਹੀ ਕੀਤਾ ਸੀ ਬਚਪਨ ਵਿੱਚ। ਤੇ ਜਦੋਂ ਸਤਿਗੁਰੂ ਜੀ ਇੱਥੋਂ ਸਾਧ ਸੰਗਤ ਜੀ ਹੁਣ ਤਾਂ ਕਹਿੰਦੇ ਕੰਦੋਲੇ ਪ੍ਰਦੇਸ਼ ਹੁੰਦਾ ਤੇ ਉਹ ਤਾਰ ਖਿੱਚਤੀ ਤੇ ਕਰਤਾਰਪੁਰ ਪਾਕਿਸਤਾਨ ਚ ਚਲੇ ਗਿਆ। ਕਿਸੇ ਦਾ ਕੁਝ ਨਹੀਂ ਗਿਆ, ਪੰਜਾਬ ਦੀ ਛਾਤੀ ਚੀਰੀ ਗਈ ਜਦੋਂ ਵੰਡ ਹੋਈ ਹੈ। ਸਾਧ ਸੰਗਤ ਜੀ ਸਿੱਖਾਂ ਦੇ ਹਿਰਦੇ ਵਿੰਨੇ ਗਏ ਆ, ਹੋਰ ਕਿਸੇ ਦਾ ਕੁਝ ਨਹੀਂ ਗਿਆ। ਸਾਰੀ ਦੀ ਸਾਰੀ ਧਰਤੀ, ਸਾਡੇ ਸਾਰੇ ਐਡੇ ਗੁਰਧਾਮ ਜਿਹੜੇ ਆ ਅੱਜ ਵਿਰਾਨ ਹੋ ਰਹੇ। ਉਧਰ ਬਹੁਤ ਬੁਰੀ ਹਾਲਤ ਹੈ, ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਸਤਿਗੁਰਾਂ ਜੀ ਦਾ ਉਹ ਕਰਤਾਰਪੁਰ ਸਾਹਿਬ ਅਸਥਾਨ ਮਹਾਰਾਜ ਉਹ 8 ਮੀਲ ਹੈ ਸਾਧ ਸੰਗਤ ਜੀ ਸਾਰਾ ਕਥੂ ਨੰਗਲ ਤੋਂ। ਗੁਰੂ ਸਾਹਿਬ ਜੀ ਉੱਠ ਕਰਕੇ ਚਲੇ ਗਏ ਹੈ ਤੇ ਦਰਸ਼ਨਾਂ ਦੇ ਨਾਲ ਹੀ ਇਹੋ ਜੀ ਅੰਦਰ ਸ਼ਬਦ ਦੀ ਜੋਤ ਜਗੀ ਹੈ ਭਾਈ ਬੂੜੇ ਦੇ, ਜੋ ਬਚਪਨ ਦੀ ਅਵਸਥਾ ਹੈ ਕਿ ਸਾਰੀ ਰਾਤ ਬੈਰਾਗ ਹੁੰਦਾ ਰਿਹਾ ਮਨ ਨੂੰ। ਗੁਰੂ ਸਾਹਿਬ ਦਾ ਚਿਹਰਾ ਹੀ ਨਹੀਂ ਭੁੱਲਦਾ। ਮਨ ਦੇ ਅੰਦਰ ਬੜੀ ਕਾਹਲ ਪੈਂਦੀ ਹੈ ਕਿ ਐਸੇ ਸਤਿਗੁਰਾਂ ਦੇ ਮਨ ਦਰਸ਼ਨ ਕਰੀਏ। ਤੇ ਦਿਨ ਨਹੀਂ ਚੜ੍ਹਨ ਦਿੱਤਾ ਤੇ ਆਪਣੇ ਘਰੋਂ ਮੱਖਣ ਦਾ ਕੁੱਜਾ ਲੈ ਕਰਕੇ ਵੱਡੇ ਹੀ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਉਥੋਂ ਤੇ ਕਰਤਾਰਪੁਰ ਸਾਹਿਬ ਆ ਗਏ। ਜਦੋਂ ਮਹਾਰਾਜ ਦਾ ਧਰਮਸ਼ਾਲਾ ਵਿੱਚ ਆ ਕੇ ਦਰਸ਼ਨ ਕੀਤਾ, ਕਾਲਜੇ ਨੂੰ ਠੰਡ ਪੈ ਗਈ। ਮਹਾਰਾਜ ਜੀ ਦੇ ਅੱਗੇ ਉਹ ਮੱਖਣ ਦਾ ਕੁੱਜਾ ਰੱਖਿਆ। ਸਤਿਗੁਰੂ ਜੀ ਕਹਿੰਦੇ ਕਿੱਥੋਂ ਲਿਆਇਆ? ਮਹਾਰਾਜ ਘਰੋਂ ਲਿਆਇਆ ਹਾਂ। ਹਜੂਰ ਕਹਿੰਦੇ ਤੈਨੂੰ ਘਰ ਦੀ ਸਮਝ ਪੈ ਗਈ ਹੈ? ਮਹਾਰਾਜ ਘਰ ਨੂੰ ਸਮਝਣ ਵਾਸਤੇ ਹੀ ਤਾਂ ਤੁਹਾਡੇ ਚਰਨਾਂ 'ਚ ਆਇਆ ਹੈ। ਵੇਖੋ ਏਡੀ ਸਿਆਣੀ ਗੱਲ ਕੀਤੀ ਅੱਗੋਂ ਮਹਾਰਾਜ। ਨਹੀਂ ਤਾਂ ਇਹ ਸਾਧ ਸੰਗਤ ਜੀ ਉਹ ਕੋਈ ਪੂਰੇ ਗੁਰੂ ਜੀ ਦੇ ਅੱਗੇ ਇਹੋ ਜਿਹਾ ਜਗਿਆਸਾ ਵਾਲਾ ਬਚਨ ਨਹੀਂ ਕਰ ਸਕਦਾ ਜਿੰਨਾ ਚਿਰ ਅੰਦਰ ਨਾ ਭਾਵਨਾ ਪੈਦਾ ਹੋਈ ਹੋਵੇ। ਮਹਾਰਾਜ ਤਾਂ ਰਮਜ ਮਾਰੀ ਕਿ ਤੈਨੂੰ ਘਰ ਦੀ ਸਮਝ ਪੈ ਗਈ ਹੈ। ਕਹਿੰਦੇ ਮਹਾਰਾਜ ਘਰ ਸਮਝਣ ਵਾਸਤੇ ਹੀ ਤਾਂ ਤੁਹਾਡੇ ਚਰਨਾਂ 'ਚ ਆਇਆ ਹਾਂ। ਸਤਿਗੁਰੂ ਜੀ ਦੇ ਕੋਲ ਬੈਠੇ ਤੇ ਮਹਾਰਾਜ ਕਹਿੰਦੇ ਜਾ ਭਾਈ ਲੈ ਜਾ ਆਪਦਾ ਮੱਖਣ ਚੁੱਕ ਕੇ, ਕੀ ਪਤਾ ਘਰਦਿਆਂ ਤੋਂ ਚੋਰੀ ਲੈ ਕੇ ਆਇਆ ਹੋਵੇਂ। ਜਦੋਂ ਇਉਂ ਕਿਹਾ ਤੇ ਬਾਬਾ ਬੁੱਢਾ ਸਾਹਿਬ ਜੀ ਰੋਣ ਲੱਗ ਗਏ। ਮਹਾਰਾਜ ਨੇ ਕਿਹਾ ਭਾਈ ਅਸੀਂ ਤੈਨੂੰ ਕੋਈ ਝਿੜਕ ਨਹੀਂ ਮਾਰੀ, ਕੋਈ ਘੂਰਿਆ ਨਹੀਂ ਹੈ, ਇਹੀ ਕਿਹਾ ਨਾ ਕਿ ਜਾ ਆਪਣਾ ਮੱਖਣ ਲੈ ਜਾ, ਸ਼ਾਇਦ ਚੋਰੀ ਲਿਆਇਆ ਹੋਵੇਂ, ਅਸੀਂ ਨਹੀਂ ਲੈਣਾ। ਤੇ ਉਹ ਬਚਪਨ ਦੀ ਅਵਸਥਾ ਹੈ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਐ ਮਹਾਰਾਜ ਜਿਹੋ ਜੀ ਘੂਰ ਤੁਸਾਂ ਮਾਰੀ ਹੈ ਹੁਣ ਹੋਰ ਕੌਣ ਮਾਰ ਸਕਦਾ? ਮਹਾਰਾਜ ਜਿਹੋ ਜੀ ਘੂਰ ਅੰਦਰ ਮੇਰੇ ਸ਼ਬਦ ਦੀ ਜੋਤ ਜਗਾ ਕਰਕੇ ਹੁਣ ਆਪਣੇ ਦਰਸ਼ਨਾਂ ਤੋਂ ਵਾਂਝਾ ਕਰ ਦਿਓ। ਹੁਣ ਤਾਂ ਮਹਾਰਾਜ ਤੁਹਾਡੇ ਤੋਂ ਬਿਨਾ ਨਹੀਂ ਮੈਂ ਜੀ ਸਕਦਾ। ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚੋਂ ਦੂਰ ਨਾ ਕਰੋ। ਹਜੂਰ ਕਹਿੰਦੇ ਚੰਗਾ ਜੇ ਭਾਵਨਾ ਤੇ ਬਹਿ ਜਾ। ਬਾਬਾ ਬੁੱਢਾ ਸਾਹਿਬ ਜੀ ਉੱਥੇ ਬੈਠੇ ਰਹੇ ਐ। ਘਰ ਦੇ ਭਾਲਦੇ ਹੋਏ ਜਦੋਂ ਆਏ, ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮਹਾਰਾਜ ਨੇ ਫਿਰ ਜਦੋਂ ਉਹਨਾਂ ਕਿਹਾ ਸੀ ਨਾ ਕਿ ਮਹਾਰਾਜ ਘਰ ਦੀ ਸਮਝ ਵਾਸਤੇ ਤਾਂ ਤੁਹਾਡੇ ਕੋਲ ਆਇਆ। ਹਜੂਰ ਕਹਿੰਦੇ ਕਿ ਇਹ ਵੀ ਬਚਨ ਆਉਂਦਾ ਹੈ ਕਿ ਜਿਹੜੀਆਂ ਨਿੱਕੀਆਂ ਲੱਕੜਾਂ ਸੀ ਨਾ
ਉਹਨਾਂ ਨੂੰ ਅੱਗ ਬਾਹਲੀ ਜਲਦੀ ਪਈ ਤੇ ਵੇਖ ਕੇ ਕਹਿੰਦੇ ਮਹਾਰਾਜ ਇਹ ਬਾਹਲੀ ਜਲਦੀ ਲੱਕੜਾਂ ਕਿਉਂ ਨਿੱਕੀਆਂ ਸੜ ਗਈਆਂ। ਮਹਾਰਾਜ ਕਹਿੰਦੇ ਆ ਕਿ ਭਾਈ ਇਹ ਛੋਟੀਆਂ ਸੀਗੀਆਂ ਇਸ ਕਰਕੇ ਇਹਨਾਂ ਨੂੰ ਜਲਦੀ ਅੱਗ ਪੈਂਦੀ ਹੈ। ਕਹਿੰਦੇ ਮਹਾਰਾਜ ਫਿਰ ਮੌਤ ਦਾ ਵੀ ਪਤਾ ਨਹੀਂ ਕਿਹੜੀ ਉਮਰ 'ਚ, ਜਿਵੇਂ ਬਚਪਨ ਛੋਟੀਆਂ ਲੱਕੜਾਂ ਵਾਂਗੀ ਆ ਨਾ, ਖਬਰੇ ਮੌਤ ਕਦੋਂ ਆ ਜਾਵੇ। ਹਜੂਰ ਹੱਸ ਕੇ ਕਹਿੰਦੇ ਤੂੰ ਤਾਂ ਭਾਈ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ, ਭਾਵ ਬਜ਼ੁਰਗਾਂ ਵਾਲੀਆਂ ਸਿਆਣੀਆਂ ਗੱਲਾਂ ਨੇ ਤੇਰੀਆਂ। ਮਹਾਰਾਜ ਦੇ ਬਚਨ ਕਹਿਣ ਤੋਂ ਉਹਨਾਂ ਦੀ ਦੇਹ ਪਲਟ ਗਈ ਸੀ, ਸਾਰਾ ਸਰੀਰ ਹੀ ਬਿਰਧ ਅਵਸਥਾ ਵਾਲਾ ਬਣ ਗਿਆ। ਜਦੋਂ ਘਰ ਦੇ ਆਏ ਲੱਭਣ, ਪਛਾਣ ਤਾਂ ਲਿਆ, ਫਿਰ ਘਰ ਵਾਲੇ ਕਹਿੰਦੇ ਕਿ ਹੁਣ ਤਾਂ ਇਹ ਬੁੱਢਾ ਹੋ ਗਿਆ, ਸਾਡਾ ਕੀ ਕੰਮ ਇਹਨ ਕਰਨਾ ਹੈ, ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਘਰ ਵਾਲੇ ਛੱਡ ਕੇ ਚਲੇ ਗਏ। ਫਿਰ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਸੀ ਕਿ ਤੇਰਾ ਨਾਮ ਅੱਜ ਤੋਂ ਭਾਈ ਬੂੜਾ ਨਹੀਂ ਭਾਈ ਬੁੱਢਾ ਹੋਵੇਗਾ। ਇਹ ਨਾਮ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਿੱਤਾ ਸੀਗਾ। ਤੇ ਫਿਰ ਸਾਧ ਸੰਗਤ ਜੀ ਜਦੋਂ ਆਪਣੀ ਉਹ ਬਿਰਧ ਅਵਸਥਾ ਵਾਲੀ ਹਾਲਤ ਵੇਖ ਕੇ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਚਪਨ ਦੀ ਅਵਸਥਾ ਵਿੱਚ ਤਾਂ ਮਹਾਰਾਜ ਕਮਾਈ ਕਰਨ ਦਾ ਉਤਸ਼ਾਹ ਹੁੰਦਾ ਹੈ, ਕੋਈ ਚੰਗੇ ਗੁਣ ਕਮਾਉਣ ਦੀ ਚਾਹਨਾ ਹੁੰਦੀ ਹੈ। ਮਹਾਰਾਜ ਮੈਂ ਤਾਂ ਹੁਣੇ ਬਿਰਧ ਹੋ ਗਿਆ, ਹੁਣ ਕੀ ਕਰੂੰਗਾ। ਤੇ ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਦੋਂ ਵਰਦਾਨ ਦਿੱਤਾ ਸੀ। ਮਹਾਰਾਜ ਕਹਿੰਦੇ ਭਾਈ ਬੁੱਢਾ ਤੂੰ ਸਾਡੇ 6ਵੇਂ ਸਰੂਪ ਤੱਕ ਦਰਸ਼ਨ ਕਰੇਂਗਾ, ਐਡੀ ਲੰਮੀ ਤੇਰੀ ਉਮਰ ਹੋਵੇਗੀ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਰਦਾਨ ਦਿੱਤਾ ਸੀ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਘਾਲ ਕਮਾਈ ਜਿਹੜੀ ਸੀ ਸਾਧ ਸੰਗਤ ਜੀ, ਉਹਨੂੰ ਤੱਕ ਕੇ ਇਹ ਦੂਸਰਾ ਵਰਦਾਨ ਦਿੱਤਾ ਸੀ ਕਿ ਅਸੀਂ ਸਾਰੀ ਕਾਇਨਾਤ ਕੋਲੋਂ ਛੁਪ ਜਾਈਏ, ਪਰ ਬਾਬਾ ਬੁੱਢਾ ਤੇਰੇ ਕੋਲੋਂ ਨਹੀਂ ਛੁਪ ਸਕਦੇ, ਤੇਰੇ ਕੋਲੋਂ ਲੁਕ ਨਹੀਂ ਸਕਦੇ, ਅਸੀਂ ਤੇਰੇ ਸਾਹਮਣੇ ਪ੍ਰਤੱਖ ਹੀ ਰਹਾਂਗੇ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵਰਦਾਨ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਨੂੰ। ਤੇ ਸਾਧ ਸੰਗਤ ਜੀ ਵੇਖ ਲਓ ਸਾਡਾ ਇਤਿਹਾਸ ਹੈ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਜਦੋਂ ਗੁਰਿਆਈ ਤਿਲਕ ਦੇਣਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਸੀ ਕਿ ਇਹਨਾਂ ਦੇ ਮਸਤਕ ਤੇ ਤਿਲਕ ਕੱਢੋ। ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਜਦੋਂ ਇਹ ਬਖਸ਼ਿਸ਼ ਹੋਣੀ ਸੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਹੀ ਵਡਿਆਈ, ਕਿਉਂਕਿ ਗੁਰੂ ਅੰਗਦ ਸਾਹਿਬ ਦੇ ਮਸਤਕ ਤੇ ਆਪ ਨੇ ਤਿਲਕ ਦਿੱਤਾ ਸੀ ਤੇ ਗੁਰੂ ਮਹਾਰਾਜ ਨੇ ਉਹ ਵਡਿਆਈ ਜੋ ਗੁਰੂ ਨਾਨਕ ਸਾਹਿਬ ਨੇ ਆਪ ਨੂੰ ਦਿੱਤੀ ਸੀ, ਉਹ ਮਹਾਰਾਜ ਨੇ ਉਸੇ ਤਰ੍ਹਾਂ ਹੀ ਇਹ ਪ੍ਰਪਾਟੀ ਨੂੰ ਕਾਇਮ ਰੱਖਿਆ। ਤੇ ਗੁਰੂ ਅਮਰਦਾਸ ਸਾਹਿਬ ਦੇ ਵੀ ਮਸਤਕ ਤੇ ਆਪ ਨੇ ਗੁਰਿਆਈ ਦਾ ਤਿਲਕ ਦਿੱਤਾ। ਫਿਰ ਸਾਧ ਸੰਗਤ ਜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਜਦੋਂ ਇਹ ਰਸਮ ਹੋਈ ਉਦੋਂ ਵੀ ਇਹ ਸੇਵਾ ਬਾਬਾ ਬੁੱਢਾ ਸਾਹਿਬ ਨੇ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਮਸਤਕ ਤੇ ਤਿਲਕ ਦਿੱਤਾ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਾਰ ਹੀ ਆਪ ਜੀ ਦੇ ਵਰਦਾਨ ਨਾਲ ਹੋਇਆ। ਤੇ ਮਹਾਰਾਜ 6ਵੇਂ ਪਾਤਸ਼ਾਹ ਦੇ ਮਸਤਕ ਤੇ ਵੀ ਆਪ ਨੇ ਗੁਰਿਆਈ ਤਿਲਕ ਦਿੱਤਾ। ਜਦੋਂ 125 ਸਾਲ ਦੀ ਆਪ ਦੀ ਉਮਰ ਸਾਧ ਸੰਗਤ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਦੋਂ ਸ਼੍ਰੀ ਹਰਗੋਬਿੰਦਪੁਰ ਨਗਰ ਜਿਹੜਾ ਨਾਮ ਰੋਹੇਲਾ ਸੀਗਾ, ਉੱਥੇ ਮਹਾਰਾਜ ਯੁੱਧ ਫਤਿਹ ਕੀਤਾ ਸੀ। ਤੇ ਕਾਬਲ ਤੋਂ ਸੰਗਤ ਮਹਾਰਾਜ ਦੇ ਦਰਸ਼ਨ ਕਰ ਜਦੋਂ ਹਰਮੰਦਰ ਸਾਹਿਬ ਆਈ ਨਾ, ਇੱਥੋਂ ਪਤਾ ਲੱਗਾ ਕਿ ਮਹਾਰਾਜ ਦੇ ਸਿੱਖ ਬਾਬਾ ਬੁੱਢਾ ਸਾਹਿਬ ਬੀੜ ਸਾਹਿਬ ਰਹਿੰਦੇ ਆ, ਚਲੋ ਭਈ ਉਹਨਾਂ ਦੇ ਦਰਸ਼ਨ ਕਰ ਚੱਲੀਏ। ਜਦੋਂ ਇੱਥੇ ਆਏ ਤੇ ਭਾਈ ਗੁਰਦਾਸ ਜੀ ਵੀ ਇੱਥੇ ਹੀ ਬਾਬਾ ਬੁੱਢਾ ਸਾਹਿਬ ਕੋਲ, ਤੇ ਸੰਗਤ ਨੇ ਬਹੁਤ ਦਰਸ਼ਨ ਕਰਕੇ ਨਿਹਾਲ ਹੋਏ। ਤੇ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਭਈ ਬੜੀਆਂ ਸੰਗਤਾਂ ਆਈਆਂ, ਤੇ ਉਹ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਗੁਰੂ ਸਾਹਿਬ ਦਾ ਦੀਦਾਰ ਕਰਕੇ ਆਏ ਆ, ਬੜਾ ਮਹਾ ਯੁੱਧ ਹੋਇਆ, ਮਹਾਰਾਜ ਜੀ ਨੇ ਬਹੁਤ ਜ਼ਿਆਦਾ ਪਾਪੀਆਂ ਦਾ ਨਾਸ਼ ਕੀਤਾ ਹੈ, ਯੁੱਧ ਫਤਿਹ ਕਰ ਹਟੇ ਆ ਸਤਿਗੁਰੂ ਜੀ। ਬਾਬਾ ਬੁੱਢਾ ਸਾਹਿਬ ਨੇ ਮਨ ਵਿੱਚ ਚਿਤਵਿਆ ਕਿ ਮਹਾਰਾਜ ਦਾ ਦਰਸ਼ਨ ਕਰਿਆ ਵੀ ਬੜਾ ਚਿਰ ਹੋ ਗਿਆ, ਚੱਲੀਏ ਹਜੂਰ ਦਾ ਦਰਸ਼ਨ ਕਰੀਏ। ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਆਏ। ਇੱਥੋਂ ਸਾਧ ਸੰਗਤ ਜੀ 3-4 ਸਿੱਖ ਹੋਰ ਤੁਰੇ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਦੋਂ ਬਾਬਾ ਬੁੱਢਾ ਸਾਹਿਬ ਜੀ ਇੱਥੇ ਆਏ ਨਾ, ਅੱਗੋਂ ਸਿੱਖ ਨੇ ਖਬਰ ਦਿੱਤੀ ਮਹਾਰਾਜ ਬਾਬਾ ਬੁੱਢਾ ਸਾਹਿਬ ਆਪ ਦੇ ਦਰਸ਼ਨ ਕਰਨ ਲਈ ਆ ਰਹੇ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਅੱਗੋਂ ਆਂਡੀ ਲੈਣ ਗਏ ਸੱਚੇ ਪਾਤਸ਼ਾਹ ਜੀ। ਪਹਿਲਾਂ ਸਿਆਣੇ ਸਿੱਖ ਜਿਹੜੇ ਸੀਗੇ ਮੋਹਤਬਰ ਬਾਬਾ ਬਿਧੀ ਚੰਦ ਜੀ ਆਦਿਕ ਹੋਰ ਸਿੱਖ ਮਹਾਰਾਜ ਅੱਗੇ ਹੀ ਭੇਜਤੇ ਕਿ ਜਾਓ ਸਤਿਕਾਰ ਨਾਲ ਲੈ ਕੇ ਆਓ। ਆਪ ਵੀ ਪਿੱਛੇ ਹੀ ਮਹਾਰਾਜ ਚੱਲ ਪਏ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ ਨੂੰ ਤੱਕਿਆ ਹੈ, ਹਜੂਰ ਨੂੰ ਨਮਸਕਾਰ ਕਰਨ ਲੱਗੇ ਆ, ਸਤਿਗੁਰਾਂ ਜੀ ਨੇ
ਹੱਥਾਂ ਨੂੰ ਪਕੜ ਕਰਕੇ ਆਪ ਨਮਸਕਾਰ ਕੀਤੀ ਹੈ। ਐਡਾ ਮਾਣ ਸਤਿਗੁਰੂ ਜੀ ਕਰਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਇਹ ਨਗਰ ਦਾ ਨਾਮ ਧਰਨ ਲਈ ਆਖਿਆ ਕਿ ਬਾਬਾ ਬੁੱਢਾ ਸਾਹਿਬ ਤੁਸੀਂ ਬੜੇ ਸ਼ੁਭ ਮੌਕੇ ਤੇ ਆਏ ਹੋ, ਨਵਾਂ ਨਗਰ ਵਸਾਇਆ ਹੈ, ਇਸ ਨਗਰ ਦਾ ਨਾਮ ਧਰੋ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਸਾਇਆ ਹੈ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਵਸਾਇਆ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲਾਏ। ਮਹਾਰਾਜ ਜਿਵੇਂ ਆਪ ਦੇ ਦਾਦਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦਾ ਨਗਰ ਸੋਹਣਾ ਵਸਾਇਆ, ਆਪ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਤਰਨਤਾਰਨ ਸਾਹਿਬ ਨਗਰ ਵਸਾਇਆ ਹੈ, ਫਿਰ ਕਰਤਾਰਪੁਰ ਸਾਹਿਬ ਜਲੰਧਰ ਦੇ ਨੇੜੇ ਉਹ ਨਗਰ ਮਹਾਰਾਜ ਵਸਾਏ ਹੈ। ਮਹਾਰਾਜ ਤੁਸੀਂ ਵੀ ਐਵੇਂ ਹੀ ਪਰਉਪਕਾਰ ਕਰ ਰਹੇ ਹੋ, ਨਗਰ ਵਸਾ ਰਹੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇ ਆਪ ਹੀ ਆਪਣੇ ਮੁਖ ਤੋਂ ਨਾਮ ਧਰੋ ਤਾਂ ਕਿੰਨਾ ਚੰਗਾ ਹੈ। ਮਹਾਰਾਜ ਕਹਿੰਦੇ ਨਹੀਂ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਤੋਂ ਵੱਧ ਕੋਈ ਸਿਆਣਾ ਨਹੀਂ ਹੋ ਸਕਦਾ। ਏਡੀ ਮਹਾਰਾਜ ਵੇਖੋ ਵਡਿਆਈ ਬਖਸ਼ਦੇ। ਤੇ ਸਤਿਗੁਰੂ ਜੀ ਨੇ ਜਦੋਂ ਆਖਿਆ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਮੇਰੇ ਚਿੱਤ ਚ ਤਾਂ ਆਪ ਜੀ ਦੇ ਨਾਮ ਤੋਂ ਸੁੰਦਰ ਵਧੀਆ ਹੋਰ ਕੋਈ ਮੈਨੂੰ ਨਾਮ ਨਹੀਂ ਦਿਸਦਾ, ਮੈਨੂੰ ਤਾਂ ਆਪ ਦਾ ਹੀ ਨਾਮ ਮਹਾਰਾਜ ਤੁਹਾਡਾ ਇੰਨਾ ਸੁੰਦਰ ਲੱਗਦਾ ਹੈ, ਇਸ ਕਰਕੇ ਇਸ ਨਗਰ ਦਾ ਨਾਮ ਸ਼੍ਰੀ ਹਰਗੋਬਿੰਦਪੁਰ ਸਾਹਿਬ ਹੀ ਹੋਣਾ ਚਾਹੀਦਾ ਹੈ। ਸਾਰੇ ਗੁਰਸਿੱਖ ਕਹਿਣ ਲੱਗੇ ਵੀ ਬੱਲੇ ਬੱਲੇ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜਾ ਮਤ ਦੇ ਵਿੱਚੋਂ ਇਹ ਨਾਮ ਨਿਕਲਿਆ ਹੈਰਾਨ ਕਰ ਦੇਣ ਵਾਲੀ ਗੱਲ ਕੀਤੀ ਹੈ। ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਦਾਨੇ ਪੁਰਸ਼ ਹੁੰਦੇ ਆ ਜਦੋਂ ਮੁਖ ਤੋਂ ਬੋਲਦੇ ਆ ਸਭ ਦੇ ਚਿੱਤ ਦੀ ਬਿਰਤੀ ਹਰ ਲੈਂਦੇ ਆ। ਮਹਾਰਾਜ ਬੜੇ ਪ੍ਰਸੰਨ ਹੋਏ ਕਿ ਬਾਬਾ ਬੁੱਢਾ ਸਾਹਿਬ ਜੀ ਇਹ ਤੁਸੀਂ ਬੜੀ ਨਿਮਰਤਾ ਭਾਵ ਆਪਣੇ ਮਨ ਵਿੱਚ ਰੱਖਦੇ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਕੁਝ ਦਿਨ ਰਹਿ ਕੇ ਦਰਸ਼ਨ ਕੀਤੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਮਹਾਰਾਜ ਹੁਣ ਅਸੀਂ ਆਪਣੇ ਨਗਰ ਚੱਲੇ ਆ ਤੇ ਮਹਾਰਾਜ ਸਾਡੀ ਇਹ ਬੇਨਤੀ ਹੈ ਕਿ ਜਦੋਂ ਅਸੀਂ ਆਪ ਨੂੰ ਸੁਨੇਹਾ ਘੱਲੀਏ ਸਾਡੇ ਮਹਾਰਾਜ ਸੱਚਖੰਡ ਜਾਣ ਦਾ ਸਮਾਂ ਆਵੇ ਤੇ ਮਹਾਰਾਜ ਜ਼ਰੂਰ ਸਾਨੂੰ ਦਰਸ਼ਨ ਦਿਓ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਬਾਬਾ ਬੁੱਢਾ ਸਾਹਿਬ ਜੀ ਜਦੋਂ ਆਗਿਆ ਕਰੋਗੇ। ਇਹ ਬੜੇ ਪਿਆਰ ਦੀ ਮਿਲਣੀ। ਜਦੋਂ ਬਾਬਾ ਬੁੱਢਾ ਸਾਹਿਬ ਨੂੰ ਤੋਰਨ ਲੱਗੇ ਤਾਂ ਵੀ ਮਹਾਰਾਜ ਪਿੱਛੇ ਪਿੱਛੇ ਆਉਂਦੇ ਆ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕਰ ਕਰਕੇ ਮੋੜਿਆ ਮਹਾਰਾਜ ਆਪ ਜੀ ਹੁਣ ਇੱਥੇ ਰੁਕ ਜਾਓ, ਅਸੀਂ ਅੱਗੇ ਚਲੇ ਜਾਵਾਂਗੇ। ਮਹਾਰਾਜ ਬਹੁਤ ਸਤਿਕਾਰ ਕਰਦੇ। ਜਦੋਂ ਫਿਰ ਆਪ ਦੇ ਜੋਤੀ ਜੋਤ ਸਮਾਉਣ ਦਾ ਭਾਵ ਜੋਤ ਵਿੱਚ ਅਭੇਦ ਹੋਣ ਦਾ ਸਮਾਂ ਆਇਆ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਸਾਧ ਸੰਗਤ ਜੀ ਸੁਨੇਹਾ ਭੇਜਿਆ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਥੋਂ ਸ਼੍ਰੀ ਹਰਗੋਬਿੰਦਪੁਰ ਤੋਂ ਮਹਾਰਾਜ ਚੱਲ ਕਰਕੇ ਸਤਿਗੁਰੂ ਜੀ ਫੌਜਾਂ ਸਮੇਤ ਜਦੋਂ ਆਏ ਨਗਾਰੇ ਦਾ ਨਾਦ ਪੂਰਿਆ ਜਾ ਰਿਹਾ ਸੀ। ਜਦੋਂ ਮਹਾਰਾਜ ਰਮਦਾਸ ਨਗਰ ਦੇ ਨੇੜੇ ਆ ਰਹੇ ਸੀ ਤੇ ਬਾਬਾ ਬੁੱਢਾ ਸਾਹਿਬ ਨੂੰ ਖਬਰ ਦਿੱਤੀ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਅਸਵਾਰੀ ਆਉਂਦੀ ਹੈ। ਸਾਧ ਸੰਗਤ ਜੀ 125 ਸਾਲ ਦੀ ਉਮਰ ਹੋਣ ਕਰਕੇ ਆਪ ਬਾਬਾ ਬੁੱਢਾ ਸਾਹਿਬ ਜੀ ਤੁਰ ਪਏ ਮਹਾਰਾਜ ਦਾ ਸਤਿਕਾਰ ਕਰਨ ਵਾਸਤੇ। ਸਰੀਰ 'ਚ ਕੋਈ ਬਿਰਧ ਅਵਸਥਾ ਦਾ ਇਹੋ ਜਿਹਾ ਜ਼ੋਰ ਹੈ ਨਹੀਂ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਜੋ ਬਿਰਧ ਅਵਸਥਾ ਤੁਰਨੋਂ ਅਸਮਰੱਥ ਕਰ ਸਕਦੀ ਹੈ। ਤੁਰਦੇ ਹੋਏ ਜਦੋਂ ਬਾਹਰ ਆਏ ਆ ਦੂਰੋਂ ਮਹਾਰਾਜ ਦਾ ਘੋੜੇ ਤੇ ਚੜਿਆ ਜਦੋਂ ਦਰਸ਼ਨ ਹੋਣ ਲੱਗਾ ਫਿਰ ਪਿਆਰ ਦੇ ਵਿੱਚ ਉਹ ਸਰੀਰ ਜਿਹੜਾ ਸੀ ਨਾ ਨਿਮਗਨ ਹੋ ਗਿਆ ਤੇ ਚੌਂਕੜਾ ਲਾ ਕਰਕੇ ਬੈਠ ਗਏ। ਮਹਾਰਾਜ ਸਾਹਿਬ ਜੀ ਆਪ ਘੋੜੇ ਤੋਂ ਉਤਰੇ ਆ ਕਰਕੇ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਕੀਤਾ। ਚੱਲਦੇ ਹੋਏ ਮਹਾਰਾਜ ਘਰ ਆਏ ਤੇ ਉਦੋਂ ਸਾਧ ਸੰਗਤ ਜੀ ਰਾਤ ਦਾ ਵਕਤ ਜਦੋਂ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸੋਹਣੇ ਤਖਤ ਤੇ ਬੈਠੇ ਐ ਨਾਲ ਬਾਬਾ ਬੁੱਢਾ ਸਾਹਿਬ ਨੂੰ ਬਿਠਾਇਆ। ਹੋਰ ਸਾਰੇ ਸਿਆਣੇ ਗੁਰਸਿੱਖ ਜਿਹੜੇ ਐ ਬੜੇ ਬੜੇ ਯੋਧੇ ਸੂਰਬੀਰ ਮਹਾਰਾਜ ਦੇ ਕੋਲ ਰਹਿਣ ਵਾਲੇ ਸਾਰੇ ਬੈਠ ਗਏ ਤੇ ਸੁਣ ਕੋਈ ਨਹੀਂ ਬੋਲਦਾ। ਮਹਾਰਾਜ ਨੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਸੁਣਾਓ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਬਚਨ ਸੁਣਾਓ। ਸਾਰੀ ਰਾਤ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਵੱਡਿਆਂ ਸਤਿਗੁਰਾਂ ਦੇ ਬਚਨ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਉਂਦੇ ਰਹੇ ਤੇ ਜਿਹੜੇ ਜਿਹੜੇ ਸੁਣ ਰਹੇ ਸੀ ਬਹੁਤ ਮਨ ਦੇ ਅੰਦਰ ਵਿਸਮਾਦ ਪ੍ਰਾਪਤ ਹੋ ਰਿਹਾ ਸੀ ਕਿਉਂਕਿ ਬਾਬਾ ਬੁੱਢਾ ਸਾਹਿਬ ਨੇ ਸੰਗਤ ਕੀਤੀ ਹੈ। ਐਡਾ ਲੰਮੇਰਾ ਸਰੀਰ ਹੈ ਕਿ ਗੁਰੂ ਅੰਗਦ ਸਾਹਿਬ ਦੀਆਂ ਖੁਸ਼ੀਆਂ ਲਈਆਂ, ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀਆਂ ਖੁਸ਼ੀਆਂ ਲਈਆਂ, ਗੁਰੂ ਰਾਮਦਾਸ ਸਾਹਿਬ ਤੋਂ ਬਖਸ਼ਿਸ਼ਾਂ ਲਈਆਂ, ਧੰਨ ਗੁਰੂ ਅਰਜਨ ਸਾਹਿਬ ਦੇ ਕੋਲ ਰਹਿ ਕੇ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਿੱਖੀ ਦੀ ਹੱਦ ਹੋ,
ਤੁਹਾਡੇ ਤੋਂ ਓਲੇ ਅਸੀਂ ਕਦੇ ਨਹੀਂ ਹੋ ਸਕਦੇ। ਇਹ ਬੜੇ ਮਹਾਰਾਜ ਨੇ ਪਿਆਰ ਦੇ ਬਚਨ ਕਹੇ। ਜਦੋਂ ਪਹਿਰ ਰਾਤ ਦਾ ਵਕਤ ਆਇਆ ਉਦੋਂ ਫਿਰ ਬਾਬਾ ਬੁੱਢਾ ਸਾਹਿਬ ਨੇ ਆਪਣੇ ਪੁੱਤਰ ਭਾਈ ਭਾਨਾ ਜੀ ਦੀ ਜਿਹੜੀ ਬਾਂਹ ਸੀ ਨਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਈ। ਆਖਿਆ ਮਹਾਰਾਜ ਜਿਵੇਂ ਮੈਨੂੰ ਆਪਣੇ ਦਰ ਘਰ ਨਾਲ ਜੋੜੀ ਰੱਖਿਆ ਹੈ ਇਵੇਂ ਮਹਾਰਾਜ ਮੇਰੇ ਪੁੱਤਰ ਨੂੰ ਮੇਰੀ ਵੰਸ਼ ਨੂੰ ਆਪਣੇ ਦਰ ਘਰ ਨਾਲ ਸਦਾ ਲਈ ਜੋੜੀ ਰੱਖਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਵਰਦਾਨ ਦਿੱਤਾ ਕਿ ਤੁਹਾਡਾ ਘਰ ਸਾਡਾ ਘਰ ਹੈ, ਕੋਈ ਫਰਕ ਨਹੀਂ ਹੈ ਤੁਹਾਡੇ ਤੇ ਸਾਡੇ ਘਰ ਦੇ ਅੰਦਰ। ਇਹੀ ਮਹਾਰਾਜ ਕਿਹਾ ਸੀ ਨਾ ਕਿ ਘਰ ਤੇਰਾ ਸਮਝ ਲੱਗ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਵਾਰੀ ਦੇਤਾ ਕਿ ਤੇਰੇ ਘਰ ਵਿੱਚ ਤੇ ਸਾਡੇ ਘਰ ਵਿੱਚ ਕੋਈ ਫਰਕ ਹੀ ਨਹੀਂ ਹੈ। ਫਿਰ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਹੁਣ ਮੈਨੂੰ ਆਗਿਆ ਦਿਓ। ਸਾਧ ਸੰਗਤ ਜੀ ਕਿਤੇ ਕੋਈ ਬਿਰਧ ਅਵਸਥਾ ਦਾ ਕੋਈ ਰੋਗ ਬਾਬਾ ਬੁੱਢਾ ਸਾਹਿਬ ਨੂੰ ਕਿਤੇ ਕਿਸੇ ਪ੍ਰਕਾਰ ਕੋਈ ਸਰੀਰ ਦਾ ਢੱਠ ਜਾਣਾ ਕਦਾ ਉਹਨਾਂ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਜ਼ਿਕਰ ਨਹੀਂ ਆਇਆ। ਬਾਬਾ ਬੁੱਢਾ ਸਾਹਿਬ ਜੀ ਜਦੋਂ ਫਿਰ ਸਮਾਉਣ ਲੱਗੇ ਆ ਹੱਥ ਜੋੜ ਕੇ ਆਖਿਆ ਮਹਾਰਾਜ ਹੁਣ ਮੈਨੂੰ ਆਗਿਆ ਦਿਓ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੜਾ ਲਾ ਕਰਕੇ ਸ੍ਰੀ ਜਪ ਸਾਹਿਬ ਜੀ ਦਾ ਪਾਠ ਕੀਤਾ ਹੈ। ਪਹਿਲਾਂ ਇਸ਼ਨਾਨ ਸੋਧਿਆ, ਮਹਾਰਾਜ ਜੀ ਨੇ ਵੀ ਇਸ਼ਨਾਨ ਸੋਧ ਲਿਆ, ਸਾਰੀ ਕਿਰਿਆ ਸੋਧ ਲਈ ਤੇ ਬਾਬਾ ਬੁੱਢਾ ਸਾਹਿਬ ਨੇ ਫਿਰ ਸਾਧ ਸੰਗਤ ਜੀ ਸੁੱਚੇ ਵਸਤਰ ਤੇ ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਗੋਦ ਵਿੱਚ ਆਪਣਾ ਸੀਸ ਝੁਕਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਦੀ ਜੋਤ ਵਿੱਚ ਲੀਨ ਹੋ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸਾਰੀ ਅੰਤਮ ਸੰਸਕਾਰ ਦੀ ਕਿਰਿਆ ਕੀਤੀ। ਇਹ ਏਡੀ ਵੱਡੀ ਉਮਰਾਂ ਭੋਗੀ ਹੈ ਤੇ ਕਿਤੇ ਵੀ ਸਾਧ ਸੰਗਤ ਜੀ ਕੋਈ ਰੋਗ ਨਹੀਂ, ਕੋਈ ਉਮਰ ਦਾ ਜ਼ੋਰ ਨਹੀਂ, ਕਿਉਂਕਿ ਸੱਚੇ ਪਾਤਸ਼ਾਹ ਨੇ ਵਰਦਾਨ ਦਿੱਤਾ ਸੀ ਕਿ ਸਾਡੇ ਵਿੱਚ ਤੇ ਤੇਰੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਨਾਮ ਏਡਾ ਬਲੀ ਹੈ ਕਿ ਬਿਰਧ ਅਵਸਥਾ ਰੂਪੀ ਸਾਧ ਸੰਗਤ ਜੀ ਪਾਲਾ ਜਿਹੜਾ ਨਾ ਉਹਨਾਂ ਗੁਰਮੁਖਾਂ ਦੇ ਸਰੀਰ ਦੇ ਉੱਤੇ ਨਹੀਂ ਵਿਆਪਦਾ। ਭਾਵੇਂ ਕਿ ਸਰੀਰ ਬਿਰਧ ਹੋ ਜਾਂਦਾ ਹੈ ਅੰਦਰੋਂ ਉਹਨਾਂ ਦੇ ਅੰਦਰ ਉਹੋ ਹੀ ਉਤਸ਼ਾਹ ਹੁੰਦਾ ਹੈ, ਉਹੋ ਹੀ ਨਾਮ ਦਾ ਸਾਧ ਸੰਗਤ ਜੀ ਪ੍ਰੇਮ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਬਿਰਧ ਅਵਸਥਾ ਰੂਪੀ ਮਨੁੱਖਾ ਸਰੀਰ ਰੂਪੀ ਜਿਹੜਾ ਹੈ ਪੋਹ ਦੇ ਮਹੀਨੇ ਵਿੱਚ ਬਿਰਧ ਅਵਸਥਾ ਰੂਪੀ ਪਾਲਾ ਮਹਾਰਾਜ ਕਹਿੰਦੇ ਭਾਈ ਨਹੀਂ ਲੱਗਦਾ ਜਿਨ੍ਹਾਂ ਦੇ ਕੰਠ ਦੇ ਅੰਦਰ ਵਾਹਿਗੁਰੂ ਮਿਲ ਗਿਆ ਹੈ, ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਕੰਠ ਦੇ ਅੰਦਰ ਧਾਰਨ ਕਰ ਲਿਆ ਏ। ਮਨ ਵਿਧਿਆ ਚਰਨਾਰ ਬਿੰਦ ਜਿਹੜਾ ਮਨ ਹੈ ਨਾ ਉਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਨਾਲ ਵਿੰਨਿਆ ਗਿਆ ਹੈ। ਸਾਧ ਸੰਗਤ ਜੀ ਜਿਹੜਾ ਮਾਲ ਕੇਤਕੀ ਦਾ ਫੁੱਲ ਹੁੰਦਾ ਹੈ ਨਾ ਉਹਦੇ ਵਿੱਚ ਕੰਡਾ ਹੁੰਦਾ ਹੈ ਤੇ ਭੌਰਾ ਜਦੋਂ ਆਉਂਦਾ ਹੈ ਨਾ ਤੇ ਭੌਰਾ ਉਹਦੇ ਵਿੱਚ ਵਿੰਨਿਆ ਜਾਂਦਾ ਹੈ ਤੇ ਵਿੰਨਿਆ ਜਾਂਦਾ ਮਕਰੰਦ ਰਸ ਵਿੱਚ ਮਸਤ ਹੋਇਆ, ਉਸ ਮਸਤੀ ਵਿੱਚ ਹੀ ਕੰਡੇ ਨਾਲ ਵਿੰਨਿਆ ਜਾਂਦਾ ਹੈ ਤੇ ਉਹ ਉਥੇ ਮਰ ਜਾਂਦਾ ਹੈ। ਪਰ ਮਹਾਰਾਜ ਜੀ ਦੇ ਚਰਨ ਕਮਲ ਐਸੇ ਨਹੀਂ ਜਿਨ੍ਹਾਂ ਵਿੱਚ ਸਿੱਖ ਦਾ ਹਿਰਦਾ ਵਿੰਨਿਆ ਜਾਂਦਾ ਹੈ ਕਿ ਉਹ ਸਾਧ ਸੰਗਤ ਜੀ ਸਿੱਖ ਮਾਰੀ ਜਾਵੇ। ਹਾਂ ਇਹ ਜ਼ਰੂਰ ਹੈ ਕਿ ਸਿੱਖ ਨੂੰ ਜੀਵਤ ਭਾਵ ਤੋਂ ਮਹਾਰਾਜ ਦਾ ਜਿਹੜਾ ਨਾਮ ਹੈ ਨਾ ਮਹਾਰਾਜ ਦੇ ਜਿਹੜੇ ਦਰਸ਼ਨ ਹੈ ਉਹ ਮਾਰ ਦਿੰਦੇ ਆ। ਜੀਵਨ ਦੀਆਂ ਖਾਸ਼ਾਂ ਨਹੀਂ ਰਹਿੰਦੀਆਂ, ਵਕਾਰਾਂ ਦੀ ਭੁੱਖ ਨਹੀਂ ਰਹਿੰਦੀ, ਆਸਾ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿੰਦੀ ਅੰਦਰ। ਸਿੱਖ ਜੀਵਤ ਭਾਵ ਤੋਂ ਮਰ ਜਾਂਦੇ ਆ, ਰਸਾਂ ਕਸਾਂ ਵੱਲੋਂ ਮਰ ਜਾਂਦੇ ਆ ਤੇ ਸਾਧ ਸੰਗਤ ਜੀ ਆਤਮਿਕ ਜੀਵਨ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦਾ ਮਹਾਰਾਜ ਦੇ ਚਰਨਾਂ ਕਮਲਾਂ ਦੇ ਨਾਲ ਮਹਾਰਾਜ ਕਹਿੰਦੇ ਭਾਈ ਮਨ ਵਿੰਨਿਆ ਗਿਆ ਹੈ। ਵਿੰਨਿਆ ਜਾਣਾ ਹਰ ਵੇਲੇ ਪਰਮੇਸ਼ਰ ਦੀ ਪ੍ਰੀਤ ਦੇ ਵਿੱਚ ਹੀ ਮਨ ਭਿੱਜਿਆ ਰਹਿਣਾ। ਜਿਹੜਾ ਵਿੰਨਿਆ ਜਾਣਾ ਹੈ ਨਾ ਉਹ ਫਿਰ ਵਕਾਰ ਨਹੀਂ ਮੁੜ ਉੱਠਦੇ। ਵਿੰਨੇ ਜਾਣ ਦਾ ਅਰਥ ਹੈ ਫਿਰ ਜੀਵਤ ਭਾਵ ਨੂੰ ਪ੍ਰਾਪਤ ਨਹੀਂ ਹੋਈਦਾ, ਭਾਵ ਜੀਵ ਭਾਵ ਨੂੰ ਪ੍ਰਾਪਤ ਨਹੀਂ ਹੋਈਦਾ, ਬ੍ਰਹਮ ਭਾਵ ਵਿੱਚ ਸਮਾ ਜਾਈਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਆ ਚਰਨਾਂ ਕਮਲਾਂ ਦੇ ਨਾਲ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਵਿੰਨਿਆ ਗਿਆ ਏ ਦਰਸ਼ਨ ਲਗੜਾ ਸ਼ਾਹੋ ਉਹਨਾਂ ਨੂੰ ਮਹਾਰਾਜ ਜੀ ਦੇ ਦਰਸ਼ਨਾਂ ਦਾ ਸਾਹੋ ਉਤਸ਼ਾਹ ਲੱਗਾ ਰਹਿੰਦਾ ਹਰ ਵੇਲੇ। ਮਨ ਦੇ ਅੰਦਰ ਬੇਕਰਾਰੀ ਇੰਤਜ਼ਾਰੀ ਹਰ ਵੇਲੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਹੀ ਲੋੜਦੇ ਆ, ਦਰਸ਼ਨਾਂ ਨੂੰ ਹੀ ਚਾਹੁੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਹੋ ਉਹਨਾਂ ਦਾ ਸਾਹ ਸਾਹ ਮਹਾਰਾਜ ਦੇ ਦਰਸ਼ਨਾਂ 'ਚ ਲੰਘਦਾ ਹੈ। ਹੁਣ ਵੀ ਦਰਸ਼ਨ ਹੋਏ, ਇੱਕ ਵੀ ਸਾਹ ਬਿਰਥਾ ਨਹੀਂ ਜਾਂਦਾ ਹੈ। ਤੇ ਸਾਹ ਦਾ ਅਰਥ ਹੈ ਉਤਸ਼ਾਹ। ਇਹਨਾਂ ਮਨ ਦੇ ਅੰਦਰ ਉਤਸ਼ਾਹ ਹੁੰਦਾ ਹੈ ਉਹਨਾਂ ਦਾ ਸਾਧ ਸੰਗਤ ਜੀ ਮਸਤਕ ਹੀ ਨੂਰੋ ਨੂਰ ਹੁੰਦਾ ਹੈ।
ਨੇਤਰ ਪਿਆਰ ਨਾਲ ਖਿੜੇ ਰਹਿੰਦੇ ਐ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪਿਆਰ ਦੇ ਨਾਲ ਵਿੰਨਿਆ ਜਾਂਦਾ ਹੈ, ਸਤਿਗੁਰਾਂ ਜੀ ਦੇ ਚਰਨਾਂ ਕਮਲਾਂ ਵਿੱਚ ਵਿੰਨਿਆ ਜਾਂਦਾ ਹੈ, ਉਹਨਾਂ ਨੂੰ ਦਰਸ਼ਨਾਂ ਦਾ ਉਤਸ਼ਾਹ ਲੱਗਾ ਰਹਿੰਦਾ ਹੈ। ਓਟ ਗੋਵਿੰਦ ਗੋਪਾਲ ਰਾਏ। ਸਤਿਗੁਰੂ ਜੀ ਕਹਿੰਦੇ ਭਾਈ ਜੋ ਗੋ ਕਹੀਏ ਇੰਦਰੀਆਂ ਤੇ ਬਿੰਦ ਕਹੀਏ ਪ੍ਰਕਾਸ਼ਣ ਵਾਲਾ, ਜਿਹੜਾ ਇੰਦਰੀਆਂ ਦਾ ਪ੍ਰਕਾਸ਼ਕ ਹੈ, ਗੋ ਕਹੀਏ ਪ੍ਰਿਥਵੀ ਤੇ ਪਾਲ ਕਹੀਏ ਪਾਲਣਾ ਕਰਨ ਵਾਲਾ, ਜੋ ਪ੍ਰਿਥਵੀ ਦਾ ਪਾਲਕ ਹੈ, ਜੋ ਰਾਏ ਰਾਜਾ ਸਰੂਪ ਹੈ ਪਰਮੇਸ਼ਰ, ਉਸ ਨਿਰੰਕਾਰ ਦੀ ਓਟ ਉਹਨਾਂ ਨੇ ਮਨ ਬਾਣੀ ਸਰੀਰ ਕਰਕੇ ਲਈ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਨਾਲ ਪ੍ਰੀਤ ਕੀਤੀ ਹੈ। ਸੇਵਾ ਸੁਆਮੀ ਲਾਹੋ। ਜ਼ਿੰਦਗੀ ਦੇ ਅੰਦਰ ਸਾਧ ਸੰਗਤ ਜੀ ਮਨੁੱਖ ਨੂੰ ਪਦਾਰਥ ਦੇ ਇਕੱਠੇ ਕਰਨ ਦਾ ਤੇ ਮਾਇਆ ਦੇ ਕਮਾਉਣ ਦਾ ਲਾਹਾ ਹੈ, ਪਰ ਮਹਾਰਾਜ ਕਹਿੰਦੇ ਸੇਵਾ ਸੁਆਮੀ ਲਾਹੋ। ਉਹਨਾਂ ਨੂੰ ਭਾਈ ਸੁਆਮੀ ਮਾਲਕ ਦੀ ਸੇਵਾ ਦਾ ਹੀ ਸਭ ਤੋਂ ਵੱਡਾ ਲਾਹੋ ਲਾਭ ਹੈ। ਉਹ ਕਹਿੰਦੇ ਜ਼ਿੰਦਗੀ ਦੇ ਸਵਾਸਾਂ ਦਾ ਲਾਭ ਲੈਣਾ ਤੇ ਸਤਿਗੁਰਾਂ ਦੀ ਸੇਵਾ ਕਰ ਲੈ ਮਨਾ, ਨਾਮ ਜਪ ਲੈ, ਨਾਮ ਜਪ ਕਰਕੇ ਲਾਹਾ ਖੱਟ ਲੈ, ਕਿਉਂਕਿ ਸਤਿਗੁਰੂ ਜੀ ਕਹਿੰਦੇ ਆ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹੀ ਲਾਭ ਉਹਨਾਂ ਨੇ ਮੰਨਿਆ ਹੈ। ਕਿਸੇ ਨੇ ਕਿਸੇ ਚੀਜ਼ ਵਿੱਚ ਲਾਭ ਮੰਨਿਆ, ਕਿਸੇ ਨੇ ਕਿਸੇ ਕੰਮ ਵਿੱਚ ਲਾਭ ਮੰਨਿਆ, ਰੱਬ ਦੇ ਪਿਆਰਿਆਂ ਸਤਸੰਗਤ ਕਰਨ ਵਿੱਚ ਲਾਭ ਮੰਨਿਆ ਹੈ, ਨਾਮ ਦੇ ਜਪਣ ਵਿੱਚ ਲਾਭ ਮੰਨਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਉਂ ਉਹ ਲਾਹਾ ਖੱਟਦੇ ਆਪਣੀ ਜ਼ਿੰਦਗੀ ਦਾ, ਵਾਹਿਗੁਰੂ ਦੀ ਓਟ ਰੱਖਦੇ ਆ, ਸਦਾ ਹੀ ਸਵਾਸ ਸਵਾਸ ਪਰਮੇਸ਼ਰ ਦਾ ਆਸਰਾ ਰੱਖਦੇ ਮਨ ਵਿੱਚ। ਵੇਖਿਆ ਪੋਹੇ ਨਾ ਸਕਏ। ਜਿਹੜੀ ਸਾਧ ਸੰਗਤ ਜੀ ਵਿਉ ਜ਼ਹਿਰ ਰੂਪ ਜਿਹੜੀ ਮਾਇਆ ਹੈ ਨਾ, ਉਹਨਾਂ ਨੂੰ ਫਿਰ ਪੋਹ ਹੀ ਨਹੀਂ ਸਕਦੀ, ਵਿਆਪ ਨਹੀਂ ਸਕਦੀ। ਜਿਸ ਮਾਇਆ ਨੇ ਸਾਰੇ ਜਗਤ ਨੂੰ ਹੀ ਠੱਗ ਲਿਆ ਹੈ, ਪਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਸਾਧ ਸੰਗਤ ਜੀ ਉਹ ਸੇਵਕ ਦੀ ਤੇ ਅੱਗੇ ਸੇਵਾ ਹੋ ਕਰਕੇ ਫਿਰ ਕਰਦੀ ਹੈ, ਮਹਾਰਾਜ ਮੈਨੂੰ ਵੀ ਟਹਿਲ ਦੱਸੋ, ਮੈਨੂੰ ਵੀ ਸੇਵਾ ਦੱਸੋ। ਇਸ ਤਰ੍ਹਾਂ ਭਗਤਾਂ ਨੂੰ ਉਹਦੇ ਤੱਕ ਕੋਈ ਕੰਮ ਹੀ ਨਹੀਂ। ਕਹਿੰਦੇ ਅਸੀਂ ਤੈਨੂੰ ਭਾਈ ਕੀ ਕੰਮ ਦਸੀਏ, ਸਾਡੇ ਕੰਮ ਤਾਂ ਸਾਰੇ ਮਾਲਕ ਨੇ ਹੀ ਸਵਾਰ ਦਿੱਤੇ ਆ। ਇੱਕ ਕੋਈ ਸਾਧੂ ਮਹਾਤਮਾ ਸੀ, ਉਹਨਾਂ ਕੋਲ ਮਾਇਆ ਰੂਪ ਧਾਰ ਕੇ ਆਈ। ਮਾਇਆ ਕਹੇ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਕਹਿਣ ਲੱਗੇ ਭਈ ਸਾਡੇ ਕੋਲ ਕੋਈ ਸੇਵਾ ਨਹੀਂ, ਤੈਨੂੰ ਕੀ ਸੇਵਾ ਦੱਸ ਦਈਏ। ਨਾ ਮਹਾਰਾਜ ਕੋਈ ਜ਼ਰੂਰ ਸੇਵਾ ਦੱਸੋ। ਕਹਿਣ ਲੱਗੇ ਚੰਗਾ ਸਿਲਾ ਪੱਥਰ ਪਿਆ, ਇਹ ਚੱਕ ਲੈ ਸਿਰ ਤੇ, ਇਹੀ ਸੇਵਾ ਹੈ। ਉਹ ਪੱਥਰ ਚੁਕਾ ਛੱਡਿਆ ਉਸ ਨੂੰ, ਤੇ ਕੋਈ ਸ਼ਾਹੂਕਾਰ ਆਇਆ, ਵੇਖ ਕੇ ਉਹ ਸ਼ਾਹੂਕਾਰ ਨੂੰ ਕਹਿੰਦੀ ਹੈ ਮੈਨੂੰ ਛਡਾ ਇਸ ਸਾਧ ਤੇ ਕੋਲੋਂ ਵੀ, ਮੈਨੂੰ ਪੱਥਰ ਚੁਕਾ ਛੱਡਿਆ ਹੈ। ਉਹ ਕਹਿਣ ਲੱਗਾ ਮਹਾਰਾਜ ਆ ਪੱਥਰ ਚੁੱਕਣ ਵਾਸਤੇ ਕੋਈ ਹੋਰ ਨੌਕਰ ਰੱਖ ਦਿੰਨੇ ਆ, ਜਿਹੜਾ ਪੈਸੇ ਦੇ ਕਰਕੇ। ਇਹ ਦੇਵੀ ਨੂੰ ਵਿਚਾਰੀ ਨੂੰ ਕਾਹਨੂੰ ਪੱਥਰ ਚੁਕਾਇਆ, ਸਿਰ ਪੋਲਾ ਪੈ ਗਿਆ ਇਹਦਾ। ਕਹਿਣ ਲੱਗੇ ਅਸੀਂ ਤਾਂ ਕੁਛ ਨਹੀਂ ਕਿਹਾ ਸੀ, ਆਪੇ ਸੇਵਾ ਮੰਗਦੀ ਸੀ। ਤੇ ਇਸ ਕਰਕੇ ਜੇ ਕੋਈ ਆਮ ਨੂੰ ਪੁੱਛੇ ਮਾਇਆ ਸੇਵਾ, ਕਹਿੰਦੇ ਹਾਂ ਬੜੀ ਸੇਵਾ ਹੈ, ਘਰ ਚਾਹੀਦਾ, ਹੋਰ ਚੀਜ਼ਾਂ ਚਾਹੀਦੀਆਂ, ਮੋਹਰਾਂ ਚਾਹੀਦੀਆਂ, ਪਦਾਰਥ ਚਾਹੀਦੇ ਆ, ਸਾਧੂਆਂ ਨੂੰ ਕੁਛ ਨਹੀਂ ਚਾਹੀਦਾ। ਉਹ ਕਹਿੰਦੇ ਅਚਾਹ ਹਨ, ਇੱਛਾ ਹੀ ਕੋਈ ਨਹੀਂ ਹੈ। ਮਾਇਆ ਵੀ ਇਸ ਕਰਕੇ ਉਹਨਾਂ ਕੋਲੋਂ ਪਰੇ ਹੀ ਹਟ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਿਖਿਆ ਪੋਹੇ ਨਾ ਸਕਈ। ਜਿਹੜੇ ਵਿਸ਼ੇ ਆ ਨਾ ਉਹਨਾਂ ਨੂੰ ਪੋਹ ਹੀ ਨਹੀਂ ਸਕਦੇ, ਸੰਕਲਪ ਮਾਤਰ ਨਹੀਂ ਉਹਨਾਂ ਦੇ ਨੇੜੇ ਆਉਂਦੇ। ਜੇ ਇਹੋ ਜਿਹਾ ਸਾਧੂ ਹੋਵੇ ਨਾ ਤੇ ਸਾਧ ਸੰਗਤ ਜੀ ਉਹ ਵੇਸਵਾ ਨੂੰ ਦੇਵੀ ਬਣਾ ਦਿੰਦਾ ਹੈ। ਜਿਵੇਂ ਜਿਹੜੀ ਗਨਕਾ ਸੀਗੀ ਉਹ ਪੂਰਨ ਸਾਧੂ ਦਾ ਹੀ ਦਰਸ਼ਨ ਕਰਕੇ ਉਹਨੂੰ ਨਾਮ ਮਿਲਿਆ ਸੀ ਨਾ, ਤੇ ਜੇ ਪਖੰਡੀ ਹੋਵੇ ਫਿਰ ਦੇਵੀ ਨੂੰ ਵੇਸਵਾ ਬਣਾ ਦਿੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਉਂ ਉਹਨਾਂ ਦੀ ਇਹ ਅਵਸਥਾ ਹੁੰਦੀ ਹੈ ਕਿ ਉਹਨਾਂ ਨੂੰ ਜਿਹੜੇ ਵਿਸ਼ੇ ਆ ਨਾ ਉਹ ਪੋਹ ਹੀ ਨਹੀਂ ਸਕਦੇ, ਲੱਗ ਹੀ ਨਹੀਂ ਸਕਦੇ, ਆ ਕਰਕੇ ਸੰਕਲਪ ਮਾਤਰ ਵੀ ਨਹੀਂ, ਕਿਤੇ ਚੇਤਾ ਮਾਤਰ ਵੀ ਨਹੀਂ। ਜਿਵੇਂ ਸਾਧ ਸੰਗਤ ਜੀ ਕੋਈ ਸੇਕ ਪਾਉਂਦਾ ਹੀ ਨਹੀਂ ਹੈ, ਇਵੇਂ ਉਹਨਾਂ ਨੂੰ ਇਹ ਚੀਜ਼ਾਂ ਪਾਉਂਦੀਆਂ ਹੀ ਨਹੀਂ, ਮਾਇਆ ਛਲ ਕਰ ਹੀ ਨਹੀਂ ਸਕਦੀ ਉਹਨਾਂ ਕੋਲ। ਮਹਾਰਾਜ ਕਹਿੰਦੇ ਭਾਈ ਇਹ ਮਾਇਆ ਜਿਹੜੀ ਹੈ ਨਾ ਜ਼ਹਿਰ ਰੂਪ ਉਹਨਾਂ ਨੂੰ ਨਹੀਂ ਵਿਆਪਦੀ। ਮਿਲ ਸਾਧੂ ਗੁਣ ਗਾਹੋ। ਮਹਾਰਾਜ ਐਡੀ ਵੱਡੀ ਬਖਸ਼ਿਸ਼ ਕਿੱਥੋਂ ਮਿਲਦੀ ਹੈ। ਹਜੂਰ ਕਹਿੰਦੇ ਭਾਈ ਮਿਲ ਕੇ ਸਾਧੂਆਂ ਦੀ ਸੰਗਤ ਵਿੱਚ ਜੇ ਵਾਹਿਗੁਰੂ ਦੇ ਗੁਣਾਂ ਨੂੰ ਗਾਹੋ ਗਾਇਨ ਕਰੀਏ ਨਾ ਤੇ ਫਿਰ ਇਹ ਦਾਤ ਮਿਲਦੀ ਹੈ, ਅੰਦਰ ਪਿਆਰ ਲੱਗ ਜਾਂਦਾ ਹੈ। ਪਿਆਰ ਹੀ ਇੰਨੇ ਸਿਖਰਾਂ ਤੱਕ ਪਹੁੰਚ ਜਾਂਦਾ ਹੈ ਕਿ ਮਾਇਆ ਸੰਕਲਪ 'ਚ ਹੀ ਨਹੀਂ ਆਉਂਦੀ। ਫਿਰ ਮਾਇਆ ਸੇਵਾ ਕਰਦੀ ਹੈ ਦਾਸੀ ਬਣ ਕਰਕੇ। ਗੁਰੂ ਮਹਾਰਾਜ ਦੇ ਧੰਨ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਦਾ ਭੱਟਾਂ ਨੇ ਜ਼ਿਕਰ ਕੀਤਾ ਹੈ ਕਿ ਮਹਾਰਾਜ ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਵੈ। ਜਿਹੜੀ ਲక్ష్ਮੀ ਹੈ ਨਾ ਉਹ ਵੀ ਆਪ ਦੇ ਦਰਬਾਰ ਅੱਗੇ ਹੱਥ ਜੋੜਦੀ ਹੈ।
ਤੇ ਫਿਰ ਰਿੱਧੀਆਂ ਸਿੱਧੀਆਂ ਸਾਰੀਆਂ ਵੀ ਹੱਥ ਜੋੜ ਕੇ ਆਪਦੇ ਸ਼੍ਰੀ ਮੁਖ ਵੱਲ ਵੇਖਦੀਆਂ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਨੂੰ ਆਗਿਆ ਕਰਨ, ਅਸੀਂ ਕਿਸੇ ਸਿੱਖ ਵਿੱਚ ਪ੍ਰਵੇਸ਼ ਹੋ ਕੇ ਆਪਣਾ ਆਪ ਸਫਲਾ ਲਈਏ। ਇਉਂ ਮਹਾਰਾਜ ਤੁਹਾਡੀ ਆਗਿਆ 'ਚ ਹੀ ਹੈ ਸਾਰੀਆਂ। ਤੇ ਜਿਹੜੇ ਸਿੱਖ ਆਪ ਦੇ ਮਹਾਰਾਜ ਨਾਮ ਨਾਲ ਜੁੜ ਜਾਂਦੇ ਆ, ਸੱਚੇ ਪਾਤਸ਼ਾਹ ਤੁਹਾਡੀ ਸੰਗਤ ਵਿੱਚ ਮਿਲ ਕਰਕੇ ਗੁਣਾਂ ਨੂੰ ਗਾਉਂਦੇ ਆ, ਉਹਨਾਂ ਨੂੰ ਮਹਾਰਾਜ ਤੁਸੀਂ ਦਾਤ ਦੇ ਦਿੰਦੇ ਹੋ। ਐਡੀਆਂ ਉਹਨਾਂ ਕੋਲ ਬਖਸ਼ਿਸ਼ਾਂ ਹੁੰਦੀਆਂ, ਜਿਵੇਂ ਸਾਧ ਸੰਗਤ ਜੀ ਮੀਆਂ ਦੌਲਾ ਭਾਈ ਗੜੀਆ ਜੀ ਦੀ ਟੁੱਟੀ ਜੁੱਤੀ ਵੇਖ ਕੇ ਸ਼ੰਕਾ ਕਰ ਗਿਆ ਸੀ ਨਾ। ਭਾਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ ਤੇ ਉਹ ਮੀਆਂ ਦੌਲਾ ਭਾਈ ਸਾਹਿਬ ਦੇ ਪਿੱਛੇ ਪਿੱਛੇ ਤੁਰਦਾ ਹੈ ਤੇ ਉਹ ਟੁੱਟੀ ਜੁੱਤੀ ਕਿਉਂਕਿ ਤੁਰੇ ਸੀ ਅੰਮ੍ਰਿਤਸਰ ਸਾਹਿਬ ਤੋਂ, ਰਸਤੇ ਵਿੱਚ ਟੁੱਟ ਗਈ ਤੇ ਉਹ ਉੱਡ ਉੱਡ ਕੇ ਮਿੱਟੀ ਭਾਈ ਸਾਹਿਬ ਦੇ ਪਿੰਜਣੀਆਂ ਤੇ ਪੈਂਦੀ ਹੈ। ਤੇ ਮੀਆਂ ਦੌਲਾ ਸੰਕਲਪ ਕਰ ਗਿਆ ਮਨ 'ਚ ਕਿ ਸਿੱਖ ਗਰੀਬ ਬੜਾ ਹੈ, ਐਂ ਕਰੀਏ ਇਹਨੂੰ ਜੁੱਤੀ ਲੈ ਕੇ ਦਈਏ। ਉਹ ਰਿੱਧੀਆਂ ਸਿੱਧੀਆਂ ਸੀ ਮੀਆਂ ਦੌਲੇ ਕੋਲ ਬਹੁਤ ਜ਼ਿਆਦੀਆਂ, ਤੇ ਗਰੀਬਾਂ ਨੂੰ ਰਿੱਧੀਆਂ ਸਿੱਧੀਆਂ ਨਾਲ ਬਹੁਤ ਧਨ ਪਦਾਰਥ ਭੋਜਨ ਪਦਾਰਥ ਵੰਡਿਆ ਕਰਦਾ ਸੀ। ਤੇ ਅਸ਼ਟਪਦੀ ਪੂਰੀ ਕਰਕੇ ਨਾ ਭਾਈ ਗੜੀਆ ਜੀ ਸੰਕਲਪ ਬੁੱਝ ਗਏ ਨਾ, ਮੀਆਂ ਦੌਲੇ ਦਾ ਕਿਹੜਾ ਬੋਲ ਕੇ ਦੱਸਿਆ ਸੀ। ਗੁਰੂ ਕੇ ਸਿੱਖ ਸਭ ਜਾਣਦੇ ਹੁੰਦੇ ਆ। ਇਹ ਸਾਧ ਸੰਗਤ ਜੀ ਜਿਹੜੀਆਂ ਜੋਗੀਆਂ ਨੂੰ ਅਵਸਥਾਵਾਂ 5 ਪ੍ਰਾਪਤ ਹੁੰਦੀਆਂ ਨਾ, ਅਗੋਚਰੀ ਚਰਚਰੀ ਜਿਹੜੀ ਭੁਰਚਰੀ ਆਦਿਕ ਹੈ, ਭੂਚਰੀ ਆਦਿਕ, ਇਹ ਸਾਰੀਆਂ ਗੁਰੂ ਕੇ ਸਿੱਖਾਂ ਨੂੰ ਦੂਰ ਦੇਸ਼ ਮਨ ਦੀ ਗੱਲ ਬੁੱਝ ਲੈਣੀ, ਇੱਕ ਝਾਟੀ ਸਕਿੰਟ 'ਚ ਹੀ ਸਾਰੇ ਥਾਵਾਂ ਤੇ ਫਿਰ ਆਉਣਾ। ਤੇ ਇਹ ਸਾਧ ਸੰਗਤ ਜੀ ਉਹ ਖੇਚਰੀ ਭੂਚਰੀ ਚਰਚਰੀ ਅਗੋਚਰੀ ਆਦਿਕ ਸਾਰੀਆਂ ਹੀ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀਆਂ। ਉਹਦੇ ਮਨ ਦਾ ਫੁਰਨਾ ਬੁੱਝ ਕੇ ਕਹਿਣ ਲੱਗੇ ਅਸ਼ਟਪਦੀ ਪੂਰੀ ਕਰਕੇ, ਉਹ ਮੀਆਂ ਦੌਲਾ ਕੀ ਮਨ 'ਚ ਸ਼ੰਕਾ ਕਰਦਾ, ਤੂੰ ਮੈਨੂੰ ਗਰੀਬ ਸਮਝਿਆ ਹੈ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ, ਆਪਣੀ ਸ਼ਕਤੀ ਦਾ ਕ੍ਰਿਸ਼ਮਾ ਵਿਖਾਉਣ ਲਈ ਕਹਿੰਦੇ ਮੀਆਂ ਦੌਲਾ ਵੇਖ ਧਰਤੀ ਵੱਲ ਜਰਾ ਝਾਤੀ ਮਾਰ। ਸਾਰੀ ਧਰਤੀ ਮੀਆਂ ਦੌਲੇ ਨੂੰ ਸੋਨੇ ਦੀ ਪ੍ਰਤੀਤ ਹੋਈ। ਠੀਕਰੀਆਂ ਹੀਰੇ ਜਵਾਹਰਾਤ ਵਾਂਗ ਚਮਕਦੀਆਂ ਹੋਈਆਂ ਦਿਸੀਆਂ, ਚਰਨੀ ਪੈ ਗਿਆ। ਗੁਰੂ ਕਿਹਾ ਸਿੱਖਾ ਇੰਨੀ ਸ਼ਕਤੀ ਹੈ ਤੇਰੇ ਕੋਲ? ਕਹਿਣ ਲੱਗੇ ਮਾਇਆ ਮਹਾਰਾਜ ਸਾਡੀ ਦਾਸੀ ਬਣਾ ਛੱਡੀ ਹੈ, ਫਿਰ ਐਡੀ ਗਰੀਬੀ 'ਚ ਕਿਉਂ ਰਹਿੰਦੇ ਹੋ? ਕਹਿੰਦੇ ਗੁਰੂ ਘਰ ਦਾ ਨਿਯਮ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਮਹਾਰਾਜ ਆਖਿਆ ਬਾਹਰੋਂ ਨਿਮਰਤਾ ਰੱਖਣੀ ਹੈ, ਗਰੀਬੀ ਰੱਖਣੀ ਹੈ, ਇੰਨੀ ਸ਼ਕਤੀ ਪਾ ਕੇ ਵੀ ਅੰਦਰ ਉਸ ਨੂੰ ਅਜਰ ਸ਼ਕਤੀ ਨੂੰ ਜਰ ਲੈਣਾ ਹੈ। ਇਹ ਗੁਰੂ ਘਰ ਦਾ ਦਸਤੂਰ ਹੈ ਮੀਆਂ ਦੌਲਾ। ਮਹਾਰਾਜ ਸਾਡੇ ਕੋਲੋਂ ਕੁਝ ਲੁਕਾਇਆ ਨਹੀਂ, ਮਾਇਆ ਤਾਂ ਸਾਡੀ ਦਾਸੀ ਬਣਾ ਛੱਡੀ ਹੈ ਸੱਚੇ ਪਾਤਸ਼ਾਹ ਨੇ। ਜੋ ਚਾਹੀਏ ਕਰ ਸਕਦੇ ਆ, ਪਰ ਸਾਨੂੰ ਮਹਾਰਾਜ ਨੇ ਇੰਨੀ ਨਾਮ ਦੀ ਪ੍ਰੀਤ ਦਿੱਤੀ ਹੈ ਕਿ ਸਾਨੂੰ ਬਾਣੀ ਤੋਂ ਬਿਨਾਂ ਕੁਝ ਨਹੀਂ ਚੰਗਾ ਲੱਗਦਾ, ਨਾਮ ਤੋਂ ਬਿਨਾਂ ਕੁਝ ਨਹੀਂ ਪਾਉਂਦਾ ਸਾਨੂੰ। ਇਹ ਸਤਿਗੁਰਾਂ ਸਾਡੇ ਤੇ ਰਹਿਮਤ ਕੀਤੀ ਹੈ। ਮਹਾਰਾਜ ਦੀ ਸੰਗਤ ਵਿੱਚ ਬੈਠ ਕਰਕੇ ਗੁਣ ਗਾਉਣ ਨਾਲ ਇਹ ਦਾਤ ਪ੍ਰਾਪਤ ਹੋਈ ਹੈ। ਤੋ ਮਿਲ ਸੰਗਤ ਫਿਰ ਪੜ੍ਹ ਦਿਓ। ਮਿਲ ਸਾਧੂ ਗੁਣ ਗਾਹੋ। ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਗੁਣਾਂ ਦੀ ਗਾਹ ਜਗ੍ਹਾ ਬਣ ਜਾਂਦੇ ਆ, ਗੁਣਾਂ ਨੂੰ ਗਾਹੋ ਵਿਚਾਰਨ ਲੱਗ ਜਾਂਦੇ ਆ। ਨਹੀਂ ਤਾਂ ਜੇ ਸੰਗਤ ਦਾ ਅਸਰ ਨਾ ਪਵੇ, ਜਿਹੜਾ ਨਵਾਂ ਨਵਾਂ ਆਵੇ ਉਹਨੂੰ ਸਾਧ ਸੰਗਤ ਜੀ ਵਿਚਾਰ ਕੀ ਫੁਰਨੀ ਹੈ, 2 ਘੜੀਆਂ ਬੈਠੇ ਉਧਰ ਵੇਖਿਆ ਚੱਲ ਉੱਠ ਕੇ ਆਓ ਗਏ, ਤੇ ਉਹ ਵਿਚਾਰ ਹੀ ਨਹੀਂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਨਾ, ਤੇ ਉਹਨਾਂ ਨੂੰ ਵਿਚਾਰ ਮਿਲ ਜਾਂਦੀ ਹੈ। ਗਾਹੋ ਦਾ ਅਰਥ ਵਿਚਾਰਨਾ ਵੀ ਹੈ। ਵਿਚਾਰ ਕੀ ਮਿਲਦੀ ਹੈ? ਉਹਨਾਂ ਨੂੰ ਵਿਚਾਰ ਆ ਜਾਂਦੀ ਮਨ ਦੇ ਅੰਦਰ ਕਿ ਇਹ ਸਰੀਰ ਮਿਥਿਆ ਹੈ। ਵਿਚਾਰ ਆ ਜਾਂਦੀ ਹੈ ਸਦਾ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਹੈ, ਮਾਇਆ ਮਿਥਿਆ ਹੈ, ਨਾਲ ਨਹੀਂ ਨਿਭਣੀ। ਫਿਰ ਸਾਧ ਸੰਗਤ ਜੀ ਇਸ ਵਿਚਾਰ ਰੂਪੀ ਤਰਾਜੂ ਵਿੱਚ ਤੋਲ ਕਰਕੇ ਯਥਾਰਥ ਵਸਤੂ ਨੂੰ ਸਤਸੰਗੀ ਗ੍ਰਹਿਣ ਕਰ ਲੈਂਦੇ ਹੈ। ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਧਾਰਨ ਕਰ ਲੈਂਦੇ ਹੈ। ਉਥੋਂ ਸਾਧੂਆਂ ਦੀ ਸੰਗਤ ਵਿੱਚੋਂ ਮਹਾਰਾਜ ਕਹਿੰਦੇ ਦਾਤ ਮਿਲਦੀ ਹੈ ਕਿ ਮਾਇਆ ਪੋਹ ਹੀ ਨਹੀਂ ਸਕਦੀ, ਉਹਨਾਂ ਦੇ ਨੇੜੇ ਹੀ ਨਹੀਂ ਫਿਰ ਆਉਂਦੀ, ਦਾਸੀ ਬਣ ਕੇ ਕਾਰ ਕਰਾਉਂਦੀ ਹੈ। ਜੇ ਲਾਗੇ ਵੀ ਆਵੇ ਤਾਂ ਕਹਿੰਦੀ ਹੈ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਜਹ ਤੇ ਉਪਜੇ ਤਹ ਮਿਲੇ। ਪੂਰੀ ਪੜ੍ਹ ਦਿਓ ਤੁਕ। ਜਹ ਤੇ ਉਪਜੇ ਤਹ ਮਿਲੇ, ਸੱਚੇ ਪ੍ਰੀਤ ਸਮਾਹੋ। ਸੱਚੀ ਪ੍ਰੀਤ ਦੁਆਰਾ ਵਾਹਿਗੁਰੂ ਦੇ ਅੰਦਰ ਸਾਧ ਸੰਗਤ ਜੀ ਸਮਾਹੋ ਸਮਾ ਜਾਂਦੇ ਹੈ। ਕਿਸ ਤਰ੍ਹਾਂ? ਜਿੱਥੋਂ ਇਹ ਸਾਧ ਸੰਗਤ ਜੀ ਜੀਵ ਉਪਜਿਆ ਸੀ ਨਾ, ਜੀਵ ਆਤਮਾ ਪੈਦਾ ਹੋਈ ਸੀ ਕਿੱਥੋਂ? ਬ੍ਰਹਮ ਤੋਂ। ਜਹ ਤੇ ਉਪਜੀ, ਉੱਥੇ ਹੀ ਫਿਰ ਸਾਧ ਸੰਗਤ ਜੀ ਮਿਲ ਜਾਂਦੀ ਹੈ। ਬ੍ਰਹਮ ਤੋਂ ਉਪਜਿਆ ਸੀ ਇਹ ਜੀਵ, ਉੱਥੋਂ ਯਾਤਰਾ ਆਰੰਭ ਹੋਈ ਸੀ। ਤੇ ਫਿਰ ਸਾਧ ਸੰਗਤ ਜੀ ਮਾਇਆ ਕਰਕੇ
ਸੰਸਾਰ ਵਿੱਚ ਜਨਮ ਲਿਆ ਤੇ ਭੁੱਲ ਗਿਆ ਮਾਇਆ ਦੇ ਕਰਕੇ ਆਪਣੇ ਨਿਜ ਸਵਰੂਪ ਨੂੰ। ਅਗਿਆਨ ਨੇ ਇਹੋ ਜਿਹਾ ਘੁੱਪ ਹਨੇਰਾ, ਗਾੜਾ ਹਨੇਰਾ ਚਾੜ ਦਿੱਤਾ ਕਿ ਆਪਣਾ ਸਰੂਪ ਹੀ ਵਿਸਰ ਗਿਆ। ਫਿਰ ਜਦੋਂ ਇਸ ਸਰੂਪ ਦਾ ਸਪਰਸ਼ ਕਿਵੇਂ ਮਿਲਿਆ? ਮਹਾਰਾਜ ਕਹਿੰਦੇ ਸੱਚੀ ਪ੍ਰੀਤ ਦੀ ਡੋਰ ਨੇ ਖਿੱਚ ਲਿਆ। ਫਿਰ ਕਿੱਥੇ ਦਲਦਲ ਵਿੱਚ ਫਸਿਆ ਹੋਇਆ, ਜਿੱਥੇ ਪੰਕੋ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਵਾਲੇ, ਉੱਥੇ ਮਹਾਰਾਜ ਕਹਿੰਦੇ ਵੇਖਦੇ ਸਾਰੇ ਡੁੱਬਦੇ ਜਾਂਦੇ ਸੀ। ਪਰ ਨਿਕਲ ਕਿਵੇਂ ਆਇਆ? ਸੱਚੀ ਪ੍ਰੀਤ ਦੀ ਡੋਰ ਨੇ ਖਿੱਚ ਲਿਆ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਇਹ ਸਾਧ ਸੰਗਤ ਜੀ ਸੱਚੀ ਪ੍ਰੀਤ ਸਮਾਹੋ, ਸੱਚੀ ਪ੍ਰੀਤ ਦਾ ਸਮਾਹੋ, ਉਹਨਾਂ ਨੂੰ ਸਮਾਹੜਾ ਆਨੰਦ ਇੰਨਾ ਆਉਂਦਾ ਹੈ ਕਿ ਮਹਾਰਾਜ ਕਹਿੰਦੇ ਭਾਈ ਜਿੱਥੋਂ ਇਹ ਜੀਵ ਪੈਦਾ ਹੋਇਆ ਨਾ, ਉੱਥੇ ਜਾ ਕਰਕੇ ਮਹਾਰਾਜ ਕਹਿੰਦੇ ਅਭੇਦ ਹੋ ਜਾਂਦਾ, ਬ੍ਰਹਮ ਦੇ ਅੰਦਰ ਹੀ ਸਮਾ ਜਾਂਦਾ। ਜਹ ਤੇ ਉਪਜੀ, ਫਿਰ ਪੜ੍ਹ ਦਿਓ। ਜਹ ਤੇ ਉਪਜੇ ਤਹ ਮਿਲੇ, ਉੱਥੇ ਹੀ ਸਾਧ ਸੰਗਤ ਜੀ ਮਿਲ ਜਾਂਦੀ ਹੈ ਜੀਵ ਆਤਮਾ। ਵਾਹਿਗੁਰੂ ਦੇ ਅੰਦਰ ਹੀ ਅਭੇਦ ਹੋ ਜਾਂਦਾ ਹੈ ਜੀਵ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ। ਜਿਹੜੀ ਇਹ ਸਾਧ ਸੰਗਤ ਜੀ ਜੋਤ ਪਰਮੇਸ਼ਰ ਦੇ ਅੰਦਰ ਹੀ ਫਿਰ ਮਿਲ ਜਾਂਦੀ ਹੈ। ਮਹਾਰਾਜ ਕਹਿੰਦੇ ਜਿੱਥੋਂ ਇਹ ਭਾਈ ਜੀਵ ਪੈਦਾ ਹੋਇਆ ਉੱਥੇ ਮਿਲ ਜਾਂਦਾ ਏ। ਸੱਚੇ ਪ੍ਰੀਤ ਸਮਾਹੋ, ਇਹ ਸੱਚੀ ਪ੍ਰੀਤ ਦਾ ਇੰਨਾ ਸਮਾਹੜਾ ਆਨੰਦ ਹੈ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਵਿੱਚ ਹੀ ਅਭੇਦ ਹੋ ਜਾਂਦਾ ਹੈ। ਕਰ ਗਹਿ ਲੈਨੇ ਪਾਰ ਬ੍ਰਹਮ, ਉਹਨਾਂ ਨੂੰ ਪੁੱਛੀਏ ਮਹਾਰਾਜ ਤੁਸੀਂ ਆਪ ਮਿਲੇ ਜਾ ਕਰਕੇ? ਕਹਿੰਦੇ ਨਹੀਂ ਨਹੀਂ, ਸਾਡੇ ਮਿਲਣ ਦੀ ਕੀ ਪਹੁੰਚ ਸੀ। ਕਰ ਗਹਿ ਲੀਨੀ ਪਾਰ ਬ੍ਰਹਮ। ਜਿਵੇਂ ਸਾਧ ਸੰਗਤ ਜੀ ਪਤੀ ਜਿਹੜਾ ਹੈ ਉਹ ਆਪਣੀ ਪਤਨੀ ਨੂੰ ਬਾਜੂ ਤੋਂ ਪਕੜ ਕਰਕੇ ਜਿਵੇਂ ਆਪਣੇ ਕੰਠ ਲਾ ਲੈਂਦਾ ਹੈ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਹਨਾਂ ਦੀ ਇਹ ਪ੍ਰੀਤ ਦੀ ਅਵਸਥਾ ਹੈ ਕਿ ਪਰਮੇਸ਼ਰ ਨੇ ਕਹਿੰਦੇ ਆ ਸਾਨੂੰ ਮਨ ਰੂਪੀ ਹੱਥ ਤੋਂ ਪਕੜ ਕਰਕੇ ਆਪਣੇ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਵਾਹਿਗੁਰੂ ਨੇ ਆਪ ਹੀ ਲਾ ਲਿਆ। ਸਾਡੇ ਵਿੱਚ ਕਿੱਥੇ ਜ਼ੋਰ ਸੀ ਉਹਦੇ ਤੱਕ ਪਹੁੰਚਣ ਦਾ? ਉਹ ਤਾਂ ਤਰਸ ਪੈ ਗਿਆ ਮਹਾਰਾਜ ਨੂੰ, ਦਇਆ ਪੈ ਗਈ ਆਪ ਨਿਰੰਕਾਰ ਨੂੰ। ਤੇ ਕੋਈ ਸਾਧਨਾ ਦੇ ਉੱਤੇ ਨਹੀਂ ਉਹ ਰੀਝਿਆ, ਬਸ ਉਹ ਆਪਣੀ ਦਇਆ ਕਰਕੇ ਹੀ, ਤਰਸ ਕਰਕੇ ਹੀ ਸਾਨੂੰ ਇਹ ਪ੍ਰਾਪਤੀ ਹੋਈ ਹੈ। ਜਦੋਂ ਕੋਈ ਸਾਧਨਾ ਦਾ ਵੀ ਮਾਣ ਹੋਵੇ ਨਾ, ਫਿਰ ਨਹੀਂ ਸਾਧ ਸੰਗਤ ਜੀ ਇਹ ਪ੍ਰਾਪਤੀ ਹੁੰਦੀ। ਤੇ ਉਹਨਾਂ ਨੂੰ ਇਹ ਵੀ ਮਾਣ ਨਹੀਂ ਹੁੰਦਾ ਕਿ ਅਸੀਂ ਮਿਲੇ ਆ। ਇਹ ਵੀ ਮਿਲਣ ਦਾ ਸੂਖਸ਼ਮ ਹੰਕਾਰ ਬਣਦਾ ਹੈ। ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ। ਕਰ ਜਿਹੜਾ ਮਨ ਰੂਪੀ ਕਰ ਹੱਥ ਹੈ ਨਾ, ਉਹਨੂੰ ਗਹਿ ਪਕੜ ਲਿਆ ਵਾਹਿਗੁਰੂ ਨੇ, ਪਕੜ ਕਰਕੇ ਆਪਣਾ ਹੀ ਬਣਾ ਲਿਆ। ਆਪਣੇ ਵਿੱਚ ਅਭੇਦ ਵਾਹਿਗੁਰੂ ਨੇ ਆਪ ਕਰ ਲਿਆ। ਬਾਹੜ ਨਾ ਵਿਛੜਿਆ ਹੋ, ਉਥੋਂ ਫਿਰ ਬਾਹੜੋਂ ਵਿਛੋੜਾ ਨਹੀਂ ਹੁੰਦਾ। ਫਿਰ ਬਿਰਤੀ ਸਾਧ ਸੰਗਤ ਜੀ ਵਿਛੜਦੀ ਨਹੀਂ। ਆਪਾਂ ਜੋੜੀਏ ਤੇ ਫਿਰ ਨਹੀਂ ਜੁੜਦੀ। ਜਿਹੜੀ ਇਹੋ ਜੀ ਪ੍ਰੀਤ ਹੈ ਨਾ ਮਹਾਪੁਰਸ਼ ਦੇ ਅੰਦਰ, ਉਹ ਕਿਸੇ ਦੀ ਗੱਲ ਸੁਣਨੀ ਹੋਵੇ ਤਾਂ ਉਹਨਾਂ ਕੋਲੋਂ ਸੁਣੀ ਨਹੀਂ ਜਾਂਦੀ। ਫਿਰ ਜੇ ਕੋਈ ਬਾਹਲਾ ਪ੍ਰੇਮੀ ਹੋਵੇ ਤੇ ਲਾਗੋਂ ਸੇਵਾਦਾਰ ਕਹਿ ਕੇ ਮਹਾਰਾਜੇ ਬੇਨਤੀ ਕਰਨੀ ਚਾਹੁੰਦਾ, ਮਹਾਰਾਜੇ ਦੀ ਆ ਗੱਲ ਸੁਣੋ, ਉਹਨਾਂ ਨੂੰ ਉਥੋਂ ਬਿਰਤੀ ਮਸਾਂ ਹੀ ਉਖੇੜ ਕੇ ਫਿਰ ਸੁਣਦੇ ਐ। ਤੇ ਉਨੀ ਕੁ ਸੁਣ ਕੇ ਉਹਨਾਂ ਨੂੰ ਉਹ ਸਾਧ ਸੰਗਤ ਜੀ ਸੁਣਨਾ ਚੰਗਾ ਹੀ ਨਹੀਂ ਲੱਗਦਾ। ਕੋਈ ਹੋਰ ਗੱਲ ਸੰਸਾਰ ਦਾ ਵਿਹਾਰ ਕੋਈ ਉਹਨਾਂ ਨੂੰ ਭਾਉਂਦਾ ਹੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐਵੇਂ ਭਾਈ ਅਭੇਦ ਹੋ ਜਾਂਦੇ, ਫਿਰ ਵਿਛੜਦੀ ਨਹੀਂ ਕਦੀ ਬਿਰਤੀ, ਫਿਰ ਨਹੀਂ ਮਹਾਰਾਜ ਤੋਂ ਵਿਛੋੜਾ ਹੁੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਵਸ ਆਇਆ ਸਖੀ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇਹ ਮੇਰੇ ਵਾਹਿਗੁਰੂ ਦੀ ਇਹੋ ਜੀ ਪ੍ਰੀਤ ਹੈ, ਰੀਤੀ ਹੈ ਕਿ ਜਦੋਂ ਇੱਕ ਵਾਰੀ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ ਨਾ, ਫਿਰ ਮਹਾਰਾਜ ਛੱਡ ਕੇ ਕਿਤੇ ਨਹੀਂ ਜਾਂਦੇ। ਬਹੁੜ ਨਾ ਵਿਛੜਿਆ, ਬਹੁਰੋ 84 ਲੱਖ ਜੂਨ ਦਾ ਵਿਛੋੜਾ ਨਹੀਂ ਪੈਂਦਾ। ਫਿਰ ਸਾਧ ਸੰਗਤ ਜੀ ਭਟਕਣਾ ਨਹੀਂ ਪੈਂਦਾ। ਵਾਹਿਗੁਰੂ ਦੇ ਅੰਦਰ ਅਭੇਦਤਾ ਦੀ ਦਾਤ ਪ੍ਰਾਪਤ ਹੁੰਦੀ ਆ। ਬਾਹਰ ਜਾਓ ਲੱਖ ਬੇਰੀਆਂ, ਮਹਾਰਾਜ ਕਹਿੰਦੇ ਭਾਈਓ ਇੱਕ ਨਹੀਂ ਦੋ ਨਹੀਂ ਲੱਖਾਂ ਵਾਰ ਹੀ ਮਹਾਰਾਜ ਕਹਿੰਦੇ ਉਹ ਜਗਿਆਸੂ ਪਿਆਰ ਦੇ ਵਿੱਚ ਭਿੱਜੇ ਹੋਏ ਮਹਾਰਾਜ ਆਪ ਤੋਂ ਅਸੀਂ ਲੱਖਾਂ ਵਾਰ ਹੀ ਕੁਰਬਾਨ ਹੋ ਜਾਈਏ। ਜੇ ਸਾਧ ਸੰਗਤ ਜੀ ਪ੍ਰੀਤ ਦੀ ਬਾਤ ਹੈ ਨਾ, ਬ੍ਰਹਮ ਗਿਆਨੀ ਜੀਵਨ ਮੁਕਤ ਹੁੰਦੇ ਐ। ਪਰ ਜੇ ਮਹਾਰਾਜ ਕਹਿਣ ਭਈ ਇਹ ਸੇਵਾ ਸੰਸਾਰ 'ਚ ਤੁਸੀਂ ਹੋਰ ਕਰਨੀ ਹੈ, ਕਹਿੰਦੇ ਮਹਾਰਾਜ ਆਪਣੇ ਤੋਂ ਨਾ ਵਿਛੋੜਿਓ, ਜਿੱਥੇ ਮਰਜੀ ਜਨਮ ਦਿਓ, ਤੁਹਾਡੇ ਤੋਂ ਨਾ ਵਿਛੜੀਏ। ਪ੍ਰੀਤ ਤੁਹਾਡੀ ਤੁਹਾਡੇ ਵਿੱਚ ਲੱਗੀ ਰਹੇ, ਜਿੱਥੇ ਮਰਜੀ ਭੇਜ ਦਿਓ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐ ਕਿ ਇਹ ਮਹਾਰਾਜ ਮੈਨੂੰ ਇੱਕ ਵਾਰੀ ਆਪਣਾ ਦਰਸ਼ਨ ਦਿਖਾ ਦਿਓ
ਪਾਛੇ ਤੇ ਜਮ ਕਿਉਂ ਨਾ ਪਠਾਵੋ, ਪਿੱਛੋਂ ਭਾਵੇਂ ਜਾਮੀ ਲੈਣ ਭੇਜ ਦਿਓ ਪਰ ਇੱਕ ਵਾਰੀ ਮੈਨੂੰ ਆਪਣੇ ਦਰਸ਼ਨ ਦਿਖਾਓ। ਤੇ ਫਿਰ ਮਹਾਰਾਜ ਹੱਸ ਕੇ ਕਹਿੰਦੇ, ਕਬੀਰ ਸਾਡਾ ਦਰਸ਼ਨ ਵੇਖ ਕੇ ਤੈਨੂੰ ਜਮ ਥੋੜੋ ਲੈਣ ਆਊਗੇ। ਇਹ ਸਾਧ ਸੰਗਤ ਜੀ ਮਹਾਰਾਜ ਦੀ ਪ੍ਰੀਤ ਹੈ। ਉਹ ਕਹਿੰਦੇ ਮਹਾਰਾਜ ਜਿੱਥੇ ਮਰਜ਼ੀ ਰੱਖੋ ਪਰ ਪ੍ਰੀਤ ਨਾ ਤੁਹਾਡੀ ਟੁੱਟੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਫਿਰ ਪੜ੍ਹ ਦਿਓ। ਬਾਹਰ ਜਾਓ ਲੱਖ ਬੇਰੀਆਂ, ਉਹ ਲੱਖਾਂ ਵਾਰ ਹੀ ਜਨਮ ਲੈ ਲੈ ਕੇ ਮਹਾਰਾਜ ਤੋਂ ਆਪਣਾ ਆਪ ਵਾਰਦੇ ਰਹਿੰਦੇ ਐ, ਕੁਰਬਾਨ ਕਰਦੇ ਆਪਣਾ ਆਪ, ਤੇ ਖੁਸ਼ੀ ਨਾਲ ਕੁਰਬਾਨ ਕਰਦੇ ਐ। ਮਹਾਰਾਜ ਕਹਿੰਦੇ ਭਾਈ ਲੱਖਾਂ ਵਾਰ ਹੀ ਐਸੇ ਨਿਰੰਕਾਰ ਤੋਂ ਬਲਹਾਰ ਕੁਰਬਾਨ ਜਾਈਏ। ਹਰ ਸੱਜਣ ਅਗਮ ਅਗਾਹੋ, ਉਹ ਜੋ ਸੱਜਣ ਹੈ ਨਾ ਲੋਕ ਪਰਲੋਕ ਦਾ, ਮਹਾਰਾਜ ਕਹਿੰਦੇ ਮਨ ਦੀ ਪਹੁੰਚ ਤੋਂ ਪਰੇ ਹੈ, ਅਗਾਹੋ ਡੂੰਘਾ ਹੈ, ਬੇਹਾਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦਾ ਪਿਆਰ ਇਹੋ ਜਿਹਾ ਲੱਗ ਜਾਂਦਾ ਤੇ ਉਹਦੇ ਤੋਂ ਕੁਰਬਾਨ ਹੀ ਹੁੰਦੇ ਆ। ਰੱਬ ਦੇ ਪਿਆਰੇ ਆਪਣਾ ਆਪਾ ਵਾਰ ਦਿੰਦੇ ਆ। ਸ਼ਰਮ ਪਾਏ ਨਾਰਾਇਣ, ਮਹਾਰਾਜ ਇਹ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ? ਮਹਾਰਾਜ ਕਹਿੰਦੇ ਭਾਈ ਜੋ ਸਾਰਿਆਂ ਨਰਾਂ ਦੇ ਅੰਦਰ ਆਇਆ ਹੋਇਆ ਨਾ ਮੇਰਾ ਵਾਹਿਗੁਰੂ, ਉਹਨੂੰ ਹੀ ਸ਼ਰਮ ਪੈ ਜਾਂਦੀ ਹੈ। ਮਹਾਰਾਜ ਇਹ ਸ਼ਰਮ ਪੈਂਦੀ ਕਿਵੇਂ ਆ? ਸਤਿਗੁਰੂ ਦੱਸਦੇ ਹਨ, ਨਾਨਕ ਦਰ ਪਈਆ ਹੋ। ਮਹਾਰਾਜ ਕਹਿੰਦੇ ਭਾਈ ਦਰ ਤੇ ਪੈ ਜਾਓ। ਜਦੋਂ ਉਹਦੇ ਦਰ ਤੇ ਹੀ ਪੈ ਗਏ ਨਾ, ਹੋਏ ਨਿਮਾਣੀ ਢਹਿ ਪਵਾਂ, ਨਿਮਾਣੇ ਹੋ ਕਰਕੇ ਢਹਿ ਪਏ। ਮਹਾਰਾਜ ਕਿੱਧਰ ਚਲੇ ਜਾਈਏ ਹੁਣ? ਤੇਰਾ ਦਰ ਛੱਡ ਕੇ ਕਿੱਧਰ ਜਾਈਏ ਹੋਰ? ਤੇ ਜਦੋਂ ਇਸ ਕਦਰ ਮਹਾਰਾਜ ਜੀ ਦਾ ਦਰ ਪਕੜ ਲਿਆ ਨਾ, ਜਿਵੇਂ ਮਹਾਰਾਜ ਕਿਹਾ ਕਿ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਮਾਲਕ ਕੀ ਹੈ? ਘੂਰਦਾ ਵੀ ਹੈ, ਕੁੱਤਾ ਫੇਰ ਪੂਛ ਫੇਕ ਕੇ ਉੱਥੇ ਹੀ ਬਹਿੰਦਾ ਹੈ। ਜੇ ਮਾਲਕ ਪੁਚਕਾਰਦਾ ਹੈ, ਕਦੇ ਟੁਕੜ ਸੁੱਟ ਦਿੰਦਾ ਹੈ, ਤੇ ਨਹੀਂ ਵੀ ਸੁੱਟਦਾ ਤਾਂ ਵੀ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਹੈ। ਇਉਂ ਕਹੀਏ ਮਹਾਰਾਜ ਹਮ ਕੂਕਰ ਤੇਰੇ ਦਰਬਾਰ, ਭੌਂਕਹਿ ਆਗੈ ਬਦਨ ਪਸਾਰ। ਜਦੋਂ ਇਉਂ ਦਰ ਤੇ ਪਏ ਰਹੀਏ ਨਾ, ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰਾਂ ਤਾਂ ਹਰ ਕੈ ਦੁਆਰ। ਕਿ ਕਬੀਰ ਸਾਹਿਬ ਕਿਤੇ ਆਸੇ ਪਾਸੇ ਕਿਉਂ ਨਹੀਂ ਮਰਨਾ ਚਾਹੁੰਦੇ? ਕਹਿੰਦੇ ਮਤ ਹਰ ਪੁੱਛੈ ਕੌਣ ਹੈ, ਆਉਂਦਿਆਂ ਜਾਂਦਿਆਂ ਕਿਤੇ ਹਰੀ ਦੇ ਦੁਆਰ ਤੇ ਮੈਂ ਮਰਿਆ ਪਿਆ ਹੋਵਾਂਗਾ ਤੇ ਮੇਰੇ ਮਰੇ ਪਏ ਵੱਲ ਵੇਖ ਕਰਕੇ ਪਰਮੇਸ਼ਰ ਦੀ ਨਿਗਾਹ ਪੈ ਜਾਵੇਗੀ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਹਰੋਂ, ਮਰਨ ਵਾਲਿਆ ਤੂੰ ਕੌਣ ਹੈ ਮੇਰੇ ਦਰ ਤੇ ਪਿਆ ਹੋਇਆ? ਇੰਨੇ ਚ ਹੀ ਮੇਰੀ ਮੁਕਤ ਹੋ ਜਾਵੇਗੀ। ਤੇ ਉਹ ਸਾਧ ਸੰਗਤ ਜੀ ਇੱਕ ਸਮਾਂ ਥੋੜਾ ਹੈ ਪਰ ਜ਼ਿਕਰ ਕਰਦਿਆਂ ਸਵਾਇਆ ਕਿ ਮਹਾਰਾਜ ਦੇ ਦਰ ਤੇ ਪੈਣ ਦਾ ਕੀ ਲਾਭ ਹੈ। ਉਹ ਜਾਨੀ ਫਕੀਰ ਦੀ ਸਾਖੀ ਆਉਂਦੀ ਹੈ। ਮਹਾਰਾਜ ਦੇ ਘੋੜਿਆਂ ਦੇ ਸੇਵਾਦਾਰ ਤੋਂ ਉਹਨੂੰ ਜਿਹੜਾ ਸੀ ਸਿੱਖਿਆ ਮਿਲੀ। ਉਹਨੇ ਕਿਹਾ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਤਰੁੱਠ ਗਏ ਨਾ ਤੇਰੇ ਤੇ ਇਹ ਛਿਨ ਚ ਤੇਰੇ ਤੇ ਕਿਰਪਾ ਹੋ ਜਾਊਗੀ। ਜਿਹੜੀ ਤੂੰ ਇੰਨੀ ਦੁਨੀਆ ਫਿਰ ਮਾਰੀ ਆ, ਫਕੀਰਾਂ ਕੋਲ ਜਾ ਜਾ ਕੇ ਬੜੇ ਕੁਝ ਸਿੱਖ ਆਇਆ ਹੈ, ਇੰਨੇ ਮੰਤਰਾਂ ਜੰਤਰਾਂ ਕਰਕੇ ਵੇਖ ਤੈਨੂੰ ਕੋਈ ਸ਼ਾਂਤੀ ਨਹੀਂ ਆਈ। ਸਤਿਗੁਰੂ ਦੇ ਘੋੜੇ ਦੀ ਸੇਵਾ ਕਰਕੇ ਮੇਰੀ ਅਵਸਥਾ ਉਹ ਟਿਕ ਗਈ ਹੈ ਜਿਹੜੀ ਜੋਗੀਆਂ ਦੀ ਨਹੀਂ ਹੁੰਦੀ। ਉਹ ਕਹਿੰਦਾ ਕਿਵੇਂ ਮਹਾਰਾਜ ਦੀ ਖੁਸ਼ੀ ਲਈਏ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਢਹਿ ਪਾਓ। ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾ ਉਹਨੇ ਆ ਕੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਭਾਈ ਇਹਨੂੰ ਕਹੋ ਕਿ ਕੋਈ ਬਸਤਰ ਚਾਹੀਦੇ ਆ, ਹੀਰੇ ਜਵਾਹਰਾਤ ਚਾਹੀਦੇ, ਜੋ ਚਾਹੀਦੇ ਲਵੇ। ਉਹ ਕਹੇ ਮੈਂ ਤਾਂ ਮਹਾਰਾਜ ਕੁਝ ਨਹੀਂ ਚਾਹੀਦਾ, ਮੈਨੂੰ ਤਾਂ ਅੱਲਾ ਦਾ ਦੀਦਾਰ ਚਾਹੀਦਾ। ਫਕੀਰ ਸੀਗਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਦਰ ਦੇ ਅੱਗੇ ਉਹ ਸਾਧ ਸੰਗਤ ਜੀ ਉੱਥੇ ਆਪ ਦਮਦਮਾ ਸਾਹਿਬ ਜੋ ਗੁਰੂ ਮਹਾਰਾਜ ਦਾ ਸਥਾਨ ਹੈ ਨਾ, ਜਿੱਥੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ ਮਹਾਰਾਜ ਯੁੱਧ ਫਤਿਹ ਕੀਤਾ, ਸਰੋਵਰ ਦੇ ਇੱਕ ਕੰਢੇ ਤੇ ਜਾਨੀ ਫਕੀਰ ਦੀ ਜਗ੍ਹਾ ਵੀ ਬਣੀ ਹੋਈ ਹੈ। ਮੁਸਲਮਾਨ ਦੀ ਜਗ੍ਹਾ ਉੱਥੇ ਬਣੀ, ਉਹ ਜਾਨੀ ਫਕੀਰ ਦੀ ਜਗ੍ਹਾ। ਕਈ ਪੁੱਛਦੇ ਆ ਜੀ ਗੁਰਦੁਆਰੇ ਸਾਹਿਬ ਇਹ ਕਬਰ ਕਿਉਂ ਬਣੀ ਹੋਈ ਹੈ? ਤੇ ਸਾਧ ਸੰਗਤ ਜੀ ਉੱਥੇ ਮਾਛੀਵਾੜੇ ਗਨੀ ਖਾਨ ਨਬੀ ਖਾਨ ਦੀ ਵੀ ਜਿਹੜੀਆਂ ਉਹ ਕਬਰਾਂ ਬਣੀਆਂ ਹੋਈਆਂ ਹਨ। ਇੱਕੋ ਇੱਕ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਸਾਧ ਸੰਗਤ ਜੀ ਏਕਤਾ ਦਾ ਸੁਮੇਲ ਹੈ। ਤੇ ਜਦੋਂ ਉਹ ਉੱਥੇ ਪੈ ਗਿਆ, ਮਹਾਰਾਜ ਲੰਘਿਆ ਕਰਨ ਦਰਬਾਰ ਨੂੰ ਆਉਣ ਵਾਸਤੇ ਤੇ ਮੱਥੇ ਲੱਗਿਆ ਕਰੇ। ਮਹਾਰਾਜ ਕਹਿੰਦੇ ਇੱਥੇ ਕੰਧ ਕਰੋ ਅੱਗੇ, ਇਹ ਰੋਜ਼ ਮੱਥੇ ਲੱਗਦਾ ਹੈ। ਕੰਧ ਕਰਤੀ ਤੇ ਉਹ ਫਿਰ ਵੀ ਉੱਥੇ ਬੈਠਾ ਇਹੀ ਰੱਟ ਲਾਈ ਜਾਵੇ, ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ, ਇਹੀ ਜਪੀ ਜਾਏ। ਦਿਨ ਵਾਹਵਾ ਬੀਤ ਗਏ। ਮਹਾਰਾਜ ਪੁੱਛਿਆ ਵੀ ਉਹ ਫਕੀਰ ਚਲੇ ਗਿਆ? ਕਹਿੰਦੇ ਨਾ ਮਹਾਰਾਜ ਉੱਥੇ ਹੀ ਬੈਠਾ। ਸਤਿਗੁਰੂ ਜੀ ਕਹਿੰਦੇ ਜਾ ਉਹਨੂੰ ਕਹੋ ਜੇ ਮਿਲਣਾ ਜਾਨੀ ਨੂੰ ਤੇ ਦਰਿਆ 'ਚ ਛਾਲ ਮਾਰ ਕੇ ਮਰ ਜੇ।
ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਆ ਕੇ ਸਿੱਖ ਨੇ ਦੱਸਿਆ, ਬੜਾ ਖੁਸ਼ ਹੋਇਆ। ਇੱਕ ਸਰਪੱਟ ਦੌੜਿਆ ਜਾਨੀ ਫਕੀਰ, ਉਹਨੇ ਦਰਿਆ 'ਚ ਛਾਲ ਕੱਢ ਮਾਰੀ। ਜਦੋਂ ਦਰਿਆ 'ਚ ਛਾਲ ਮਾਰੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਉਸੇ ਸਮੇਂ ਸਿੱਖਾਂ ਨੂੰ ਕਿਹਾ, ਕੱਢੋ ਇਹਨੂੰ ਬਾਹਰ ਫਕੀਰ ਨੂੰ। ਸਿੱਖਾਂ ਨੇ ਉਸੇ ਸਮੇਂ ਗੋਤੇ ਲਾ ਕੇ ਕੱਢ ਲਿਆ ਫਕੀਰ ਬਾਹਰ। ਗਰੀਬ ਨਵਾਜ ਸਤਿਗੁਰੂ ਜੀ ਨੇ ਜਦੋਂ ਫਕੀਰ ਨੂੰ ਬਾਹਰ ਕੱਢ ਕੇ ਲਿਆਂਦਾ, ਹਜੂਰ ਨੇ ਆਪਣੇ ਕੋਲੋਂ ਸਿਰੋਪਾਓ ਦੇ ਕੇ ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ। ਸਾਧ ਸੰਗਤ ਜੀ, ਦਰ ਤੇ ਪਏ ਹੋਏ ਨੂੰ, ਤੇ ਜੇ ਆਪਾਂ ਕਦੇ ਕੋਈ ਔਕੜ ਆ ਗਈ, ਫਿਰ ਅੱਛਾ ਚਲੋ ਉੱਥੇ ਦੀਵਾ ਜਗਾਈਏ ਫਲਾਣੇ ਥਾਂ ਤੇ, ਉੱਥੇ ਵੀ ਜਾ ਕੇ ਸੀਰਨੀ ਚੜਾਈਏ, ਰੁੱਖਾਂ ਨੂੰ ਵੀ ਪੂਜ ਆਈਏ। ਮਹਾਰਾਜ ਕਹਿੰਦੇ ਫਿਰਦਾ ਤੁਰਿਆ ਫਿਰ ਦੂਸਰੇ ਦਰਾਂ ਦੇ ਉੱਤੇ, ਜੇ ਤੈਨੂੰ ਸਾਡੇ ਦਰ ਤੇ ਭਰੋਸਾ ਹੀ ਹੈ ਨਹੀਂ ਹੈ, ਫਿਰ ਮਹਾਰਾਜ ਨੂੰ ਕੀ ਸਾਡੀ ਸ਼ਰਮ ਪੈਣੀ ਹੈ। ਸਾਧ ਸੰਗਤ ਜੀ, ਜਿਹੜਾ ਦਰ ਤੇ ਹੀ ਪਿਆ ਰਹੇ, ਮਹਾਰਾਜ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਮਹਾਰਾਜ ਕਹਿੰਦੇ ਸ਼ਰਮ ਪਈ ਨਾਰਾਇਣ ਹੈ। ਜਿਹੜਾ ਸਾਰੇ ਨਰਾਂ ਵਿੱਚ ਆਇਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਦਰ ਤੇ ਪਏ ਹੋਏ ਨੂੰ ਫਿਰ ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਨੂੰ ਭਾਈ ਸ਼ਰਮ ਪੈ ਜਾਂਦੀ ਹੈ, ਆਪ ਹੀ ਲੱਜਾ ਆ ਜਾਂਦੀ ਹੈ ਕਿ ਭਈ ਹੁਣ ਮੇਰੇ ਤੋਂ ਬਿਨਾ ਹੋਰ ਕਿੱਥੇ ਜਾਵੇ। ਮਹਾਰਾਜ ਕਹਿੰਦੇ ਭਾਈ ਇਉਂ ਨਾਨਕ ਦਰ ਪਈਆ ਹੋ, ਦਰ ਤੇ ਪਏ ਹੋਏ ਨੂੰ ਵਾਹਿਗੁਰੂ ਨੂੰ ਇਹੋ ਜੀ ਲੱਜਾ ਆਉਂਦੀ ਹੈ, ਮਹਾਰਾਜ ਆਪ ਦਾ ਸਰੂਪ ਹੀ ਤੇ ਸਮੇਂ ਸਾਖਿਆਤ ਕਰ ਦਿੰਦੇ ਆ। ਭੁਖ ਸੁਹੰਦਾ ਸਰਬ ਸੁਖ। ਮਹਾਰਾਜ ਕਹਿੰਦੇ ਭਾਈ ਇਹ ਪੋਹ ਦਾ ਮਹੀਨਾ ਜਿਹੜਾ ਨਾ ਠੰਡ ਵਾਲਾ, ਉਹਨਾਂ ਵਾਸਤੇ ਬੜਾ ਹੀ ਸਾਰੇ ਸੁੱਖਾਂ ਵਾਲਾ ਹੁੰਦਾ ਹੈ। ਨਹੀਂ ਤੇ ਜਿਹੜੇ ਕੱਪੜੇ ਘੱਟ ਮਿਲਦੇ ਆ ਉਹ ਠਰਦੇ ਰਹਿੰਦੇ ਆ। ਕਈ ਅਲਸੀ ਦੀਆਂ ਪਿੰਨੀਆਂ ਬਣਾ ਖਾਂਦੇ ਰਹਿੰਦੇ, ਜਿਹਨੂੰ ਨਹੀਂ ਮਿਲਦੀ ਉਹ ਝੂਰਦਾ ਰਹਿੰਦਾ ਕਿ ਮੇਰੇ ਕੋਲ ਕੋਈ ਗਰਮ ਚੀਜ਼ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਨਾਮ ਹੀ ਜਪ ਲੋ, ਹੋਰ ਚੀਜ਼ਾਂ ਇਕੱਠੀਆਂ ਕਰਨ ਦੀ ਲੋੜ ਹੀ ਨਹੀਂ। ਇਹ ਪੋਖ ਦਾ ਮਹਾਰਾਜ ਕਹਿੰਦੇ ਮਨੁੱਖਾ ਸਰੀਰ ਰੂਪੀ ਮਹੀਨਾ ਜਿਹੜਾ ਨਾ, ਉਹਨੂੰ ਭਾਈ ਬੜਾ ਹੀ ਸੋਹਣਾ ਫੱਬਦਾ ਹੈ। ਜਿਸ ਬਖਸ਼ੇ ਬੇਪਰਵਾਹ। ਬੇਪਰਵਾਹ ਬੇਮੁਹਤਾਜ ਪਰਮੇਸ਼ਰ ਨੇ ਜਿਹਨੂੰ ਬਖਸ਼ ਦਿੱਤਾ ਹੈ, ਜਿਹਦੇ ਗੁਨਾਹਾਂ ਨੂੰ ਮਾਫ ਕਰਕੇ ਮਹਾਰਾਜ ਨੇ ਆਪਣਾ ਬਣਾ ਲਿਆ। ਸੰਸਾਰ ਉਹਨੂੰ ਭਾਵੇਂ ਫਰੋਲਦਾ ਫਿਰੇ, ਉਹਦੇ ਔਗਣਾਂ ਨੂੰ ਮਹਾਰਾਜ ਉਹਦੀ ਦਿਨ ਦੁੱਗਣੀ ਰਾਤ ਚੌਗਣੀ ਚੜ੍ਹਦੀ ਕਲਾ ਕਰ ਦਿੰਦੇ। ਸਾਧ ਸੰਗਤ ਜੀ, ਜਿਹਨੂੰ ਮਹਾਰਾਜ ਹੀ ਕਹਿਣ ਵੀ ਤੂੰ ਭਾਈ ਬਖਸ਼ਿਆ ਗਿਆ ਹੈ, ਸੰਸਾਰ ਜੋ ਮਰਜ਼ੀ ਕਹੀ ਜਾਏ, ਜਿਹਨੂੰ ਮੇਰੇ ਵਾਹਿਗੁਰੂ ਨੇ ਬਖਸ਼ ਦਿੱਤਾ ਹੈ ਨਾ, ਸਾਧ ਸੰਗਤ ਜੀ ਉਹਨੂੰ ਕੋਈ ਲੇਖਾ ਪੁੱਛ ਨਹੀਂ ਸਕਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖਾ ਸਰੀਰ ਰੂਪੀ ਪੋਹ ਦਾ ਮਹੀਨਾ ਉਹਨਾਂ ਲਈ ਭਾਈ ਬੜਾ ਹੀ ਸੁਖਦਾਈ ਹੈ, ਜਿਨ੍ਹਾਂ ਨੂੰ ਬੇਪਰਵਾਹ ਪਰਮੇਸ਼ਰ ਨੇ ਬਖਸ਼ ਦਿੱਤਾ ਹੈ। ਇਹ ਸਤਿਗੁਰਾਂ ਜੀ ਨੇ ਪੋਹ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਗੇ 2 ਮਹੀਨੇ ਹੋਰ ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਰਮ ਪਏ ਨਾਰਾਇਣ ਨਾਨਕ ਦਰ ਪਈਆ ਹੋ। ਭੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼